up to you. चलदा रहे जी, it is better this way. I get to see everybody. ਜਿਸ ਤਰ੍ਹਾਂ ਤੁਸੀਂ हाँ ਕੰਫਰਟੇਬਲ जी ਇਹਦੇ बैठ साहब ਵਿੱਚ ਸਹੀ ਸਾਹਿਬ ਮੈਂ ਦੇਖਿਆ ਕੋਈ 4 ਬੰਦ ਹੈ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਸਾਰੇ ਹੀ ਪੜ੍ਹ ਲਈਏ ਔਰ जी। ਇਹ ਜਿਹੜੀ ਮੌਜੂਦਾ ਸੀਆਰਪੀ ਹੈ ਇਹ ਖਤਮ ਹੋ ਜਾਏ। हाँ जी ठीक है। बिल्कुल, मेरा भी ਹਾਂ कोशिश ਤਾਂ ਲੈਟ ਅਸ ਸਟਾਰਟ ਫਰੋਮ ਯੂ, ਤੁਸੀਂ ਸ਼ੁਰੂ Okay. ਕਰੋ। ਅਸੀਂ ਤੇ ਅੱਜ ਕਰੀਏ ਸਿਰਫ ਰੀਡਿੰਗ ਕਰਨੀ ਹੈ ਜੇ, ਰੀਡਿੰਗ ਕਰਕੇ ਫਿਰ ਅਸੀਂ ਵਾਪਸ ਆਵਾਂਗੇ 4 ਬੰਦ ਪੜ੍ਹ ਕੇ ਤੇ ਫਿਰ ਅਸੀਂ ਗੱਲਬਾਤ ਜਿਹੜੀ ਉੱਤੇ ਸ਼ੁਰੂ ਕਰਾਂਗੇ। ਠੀਕ ਹੈ ਜੀ, ਮੈਂ ਹੇ ਸੀ ਹਰਫੀ ਹੇ ਤੋਂ ਸ਼ੁਰੂ ਕਰਨਾ ਤੇ ਉਹ ਚੱਲਦਾ ਪਿਆ ਰਾਜੇ ਦਾ ਮਹਿਲੀ ਆਣਾ, ਰਾਜਾ ਮਹਿਲ ਆ ਗਿਆ ਤੇ ਉਹਦਾ ਹੁਣ ਅੱਗੇ ਚੱਲਦਾ ਪਿਆ ਹੇ ਹੋ ਖੜਾ ਦਿਲਗੀਰ ਰਾਜਾ, ਰਤੋ ਰਤ ਅੱਖੀ ਮੱਥੇ ਵੱਟ ਪਏ, ਪੱਥਰ ਜੀ ਹੋਇਆ ਸਕੇ ਪੁੱਤਰ ਵੱਲੋਂ, ਪਾਂਬੜ ਗਜ਼ਬ ਦੇ ਲੂ ਨੂੰ ਮਚ ਗਏ, ਮੱਛੀ ਵਾਂਗ ਤੜਫਦਾ ਰਾਤ ਰਿਹਾ, ਕਦੀ ਪਏ ਲੰਮਾ ਕਦੀ ਉੱਠ ਬਏ, ਕਾਦਰ ਯਾਰ ਮੰਦਾ ਦੁੱਖ ਇਸਤਰੀ ਦਾ, ਪੂਰਨ ਜੀਵਨ ਦਾ ਕਿਸੇ ਸਬਬ ਰਹੇ। ਜੀ ਹਾਂ ਜੀ ਕਿਸ਼ਵਰ ਜੀ ਪੜੋ ਤੁਸੀਂ। ਜੀ ਮੈਂ ਪੜ੍ਹਨੀ ਆ। ਗੁਲਾਮ ਲੂਤੀਆਂ ਰਹਿਣ ਨਾ ਦੇਂਦੀਆਂ ਨੇ, ਨਾਲ ਨਾਲਸ਼ਾਂ ਸ਼ਹਿਰ ਵੀਰਾਨ ਕੀਤਾ, ਮੁੱਢੋਂ ਲਾ ਇਹ ਹੁੰਦੀਆਂ ਆਈਆਂ ਨੇ, ਅੱਗੇ ਕੀਵਾਂ ਦਾ ਅਲਖ ਜਹਾਨ ਕੀਤਾ। ਹਾਂ ਕਈਆਂ ਦਾ ਕਈਆਂ ਦਾ ਅਲਖ ਜਹਾਨ ਕੀਤਾ, ਪੂਰਨ ਨਾਲ ਓਲੜੀ ਹੋਣ ਲੱਗੀ, ਜਿਸ ਦਿਨ ਮਾਊ ਐਸਾ ਫਰਮਾਨ ਕੀਤਾ, ਕਾਦਰ ਯਾਰ ਚੜਿਆ ਦਿਨ ਸੁਖ ਦਾ ਜੀ, ਰਾਜੇ ਬੈਠ ਚੌਕੀ ਇਸ਼ਨਾਨ ਕੀਤਾ। ਹਾਂਜੀ ਅਮਰਜੀਤ ਜੀ ਪੜੋ ਤੁਸੀਂ। ਹਾਂਜੀ ਵੈਸੇ ਬਸ ਇਹ ਕੀ ਖਤਮ ਹੋ ਗਈ ਹੈ। ਨਹੀਂ ਅਸੀਂ ਉਹ ਸੀਆਰਪੀ ਅੱਗੇ ਟੋਟਲ ਖਤਮ ਹੋ ਜਾਣੀ ਹੈ 2 ਬੰਦ ਦੇ ਬਾਅਦ। ਠੀਕ ਹੈ ਅੱਗੇ ਅਲਫ ਆਖਦਾ ਸਦਕੇ ਚੋਬਦਾਰਾਂ, ਜ਼ਰਾ ਸਦਕੇ ਪੂਰਨ ਲਿਆਵਣਾ ਜੇ, ਜਬ ਜਾਓ ਸ਼ਿਤਾਬ ਨਾ ਢਿਲ ਲਾਵੋ, ਨਾਲ ਸਦ ਵਜ਼ੀਰ ਲਿਆਵਣਾ ਜੇ, ਕੱਢੇ ਗਾਲੀਆਂ ਦੋਹਾਂ ਨੂੰ ਕਰੋ ਹਾਜ਼ਰ, ਚੱਬਦੇ ਜਾਓ ਨਾ ਛੱਡ ਕੇ ਆਵਣਾ ਜੇ, ਕਾਦਰ ਯਾਰ ਜੇ ਪੁੱਛ ਸੀ ਕੰਮ ਅੱਗੋਂ, ਰਾਜੇ ਸੱਦਿਆ ਜਾਏ ਫਰਮਾਵਣਾ ਜੇ। हाँ जी अपने मदिया जी तुसी पढ़ोगे जी। सर जो अमरजीत जी ने अभी पढ़ा इस राजे दा पुरन नु इज दैट बुला भेजना। हाँ जी ठीक है। यस ओके आई जस्ट वांट टू ठीक। ये याद कीता राजे बाप तेनू हथ बन के आखिया चौबदारा, सुनी गल ते दिल नू सुझ गयोस, जेरी गावंदा सी कल माऊ वारा, जेरी गल नू सद्या बाप मैनू, राग वजया ते लइया बुझ तारा, कादर मियां पूरन उठ तुरया, आन कीतियां बाप नू नमस्कारा। हाँ जी वेरी गुड ਵਧੀਆ वेरी गुड। हाँ आदित्य जी I did my notes ਉੱਥੋਂ ਹੀ ਪੜ੍ਹ ਲਓ ਜਿੱਥੋਂ ਸਰ ਇਹਨਾਂ ਨੇ ਸਈਦ ਸਾਹਿਬ ਨੇ ਸ਼ੁਰੂ ਕੀਤਾ ਸੀ, ਉਹ ਬੰਦ ਤੁਸੀਂ ਦੁਬਾਰਾ ਪੜ੍ਹੋ। जी सर। हे होए खड़ा दिलगीर राजा, रतो रते अखी मथे वट पाए, पत्थर दिल सके पुत्र वल्लों, दिलों गजब दा भांबड़ मच जाए, मच्छी वांग तड़फदा रात रहिया, कदी पए लंबा कदी उठ बहे, कादर यार मंदा दुख इस्त्री दा, पूरन जीवदा किसे सबब रहे। हाँ जी। हे हो खड़ा दिलगीर राजा, रतो रत अखी मथे वट पए, ਅੱਖਾਂ ਲਾਲ ਸਨ, ਰਤੋ ਰਤ ਕਿਹਾ ਉਹਨੇ, ਜਿਸ ਤਰ੍ਹਾਂ ਬਲੱਡ ਆ ਗਿਆ ਅੱਖਾਂ ਦੇ ਵਿੱਚ, ਖੂਨ ਆ ਗਿਆ, ਲਹੂ ਆ ਗਿਆ, ਮੱਥੇ ਉਹਦੇ ਵੱਟ ਪਏ ਨੇ ਰਾਜੇ ਦੇ, ਪੱਥਰ ਜੀ ਹੋਇਆ ਸਕੇ ਪੁੱਤਰ ਵੱਲੋਂ, ਉਹਦਾ ਦਿਲ ਪੱਥਰ ਹੋ ਗਿਆ ਸਕੇ ਪੁੱਤਰ, ਬਾਂਬੜ ਗਜ਼ਬ ਦੇ ਲੂ ਥੋੜਾ ਜਿਹਾ ਡਿਫਰੈਂਸ ਹੈ ਤੁਹਾਡੀ ਟੈਕਸਟ ਅਮਰਜੀਤ ਜੀ ਦੀ ਔਰ ਦੀ ਅਦਿੱਤਿਆ ਦੀ ਜੀ, ਉਹ ਕੋਈ ਇਸ਼ੂ ਨਹੀਂ ਹੈ, ਗੱਲ ਇੱਕੋ ਹੀ ਹੋ ਰਹੀ ਹੈ, ਲਫ਼ਜ਼ਾਂ ਦਾ ਕੋਈ ਹੈ ਉਹ ਹੁਣ ਜੇ 47 ਨਾ ਆਉਂਦਾ ਤੇ ਸ਼ਾਇਦ ਇਹ ਫਰਕ ਨਾ ਹੀ ਹੁੰਦਾ।
ਤੇ ਪਾਂਬੜ ਗਜ਼ਬ ਦੇ ਲੂ ਲੂ ਮੱਚ ਗਏ, ਮੱਛੀ ਵਾਂਗ ਤੜਫਦਾ ਰਾਤ ਰਿਹਾ, ਕਦੀ ਪਏ ਲੰਮਾ ਕਦੀ ਉੱਠ ਬਏ, ਕਾਦਰ ਯਾਰ ਮੰਦਾ ਦੁੱਖ ਇਸਤਰੀ ਦਾ, ਪੂਰਨ ਜਿਉਂਦਾ ਕਿਸੇ ਸਬਬ ਰੇ। ਤੇ ਇਹਦੇ ਵਿੱਚ ਜਦੋਂ ਉਹਨੇ ਦੱਸਿਆ ਸਾਰਾ, ਲੂਣਾ ਨੇ ਆ ਕੇ ਕਿ ਜਿਹੜਾ ਤੇਰਾ ਪੁੱਤਰ ਹੈ ਪੂਰਨ, ਉਹਨੇ ਮੇਰੀ ਜਿਹੜੀ ਹੈ ਮੇਰੇ ਨਾਲ ਐਡਵਾਂਸਮੈਂਟ ਕਰਨ ਦੀ, ਕੋਈ ਹਰੈਸਮੈਂਟ ਕਰਨ ਦੀ, ਇਸ ਤਰ੍ਹਾਂ ਦੀ ਉਹਦੇ ਨਾਲ ਸ਼ਿਕਵਾ ਕੀਤਾ, ਤੇ ਇਹ ਉਹਦਾ ਰਿਐਕਸ਼ਨ ਹੈ। ਪਿਛਲੇ ਅਸੀਂ ਜਿਹੜਾ ਸਾਰਾ ਅਸੀਂ ਪੜ੍ਹ ਕੇ ਆਏ ਹਾਂ ਉਹਦੇ 'ਚ ਸਾਰੀ ਕਹਾਣੀ ਤੁਰਦੀ ਹੈ, ਉਹ ਸਾਰਿਆਂ ਤੁਹਾਨੂੰ ਪਤਾ ਹੈ, ਮੈਨੂੰ ਕਰਨ ਦੀ ਜ਼ਰੂਰਤ ਨਹੀਂ ਹੈ। ਲੇਕਿਨ ਇਹ ਕਿ ਅਮਰਜੀਤ ਜੀ, ਮੈਂ ਇੱਕ ਗੱਲ ਹੈ ਸੋਚ ਰਿਹਾ ਸੀ ਰਾਤੀ ਪੜ੍ਹਦੇ ਹੋਏ, ਕਿ ਅਸੀਂ ਇਸ ਇਸ਼ੂ ਤੇ ਗੱਲ ਨਹੀਂ ਕੀਤੀ ਕਿ ਉਹ ਜਿਹੜਾ 12 ਵਰੇ ਉੱਥੇ ਰਿਹਾ ਹੈ ਆਪਣੇ ਪਿਓ ਦੇ ਬਗੈਰ, ਆਪਣੀ ਮਾਂ ਦੇ ਬਗੈਰ, ਉਹਦੀ ਜਿਹੜੀ ਪਰਸਨੈਲਿਟੀ ਬਣੀ ਹੈ, ਉਹਦਾ ਜਿਹੜਾ ਪਰਸਨ ਬਣਿਆ, ਉਹਦਾ ਜਿਹੜਾ ਬੀਇੰਗ ਬਣਿਆ, ਉਹ ਕਿਸ ਤਰ੍ਹਾਂ ਦਾ ਹੈ। ਅਸੀਂ ਸਾਈਕੋਲੋਜੀਕਲੀ ਉਹਨੂੰ ਜਿਹੜਾ ਹੈ ਉਹ ਡਿਸਕਸ ਨਹੀਂ ਕੀਤਾ, ਕਿਉਂਕਿ ਉਹਦਾ ਪਿਓ ਕਹਿੰਦਾ ਮੈਂ ਤੇਰਾ ਵਿਆਹ ਕਰਨਾ, ਉਹ ਕਹਿੰਦਾ ਮੈਂ ਨਹੀਂ ਕਰਨਾ, ਮੈਂ ਤੇ ਜਿਹੜਾ ਮੈਂ ਰੱਬ ਦੇ ਨਾਲ ਰਹਿਣਾ। ਉਹਦੇ ਅੰਦਰ ਕੁਛ ਅਜਬ ਜਿਹੀਆਂ ਚੀਜ਼ਾਂ ਨੇ। ਇਹ ਇੱਕ ਬੜੀ ਵੱਡੀ ਮਿਸਟਰੀ ਹੈ ਸਾਡੇ ਲਈ ਕਿ ਉਹ 12 ਸਾਲ ਜਿਹੜਾ ਉੱਥੇ ਭੋਰੇ ਉਹਨੂੰ ਪਾ ਦਿੱਤਾ, ਜੋਤਸ਼ੀਆਂ ਨੇ ਕਿਹਾ ਕਿ ਤੂੰ ਇਹਦਾ ਮੂੰਹ ਨਹੀਂ ਵੇਖਣਾ ਬਾਦਸ਼ਾਹ ਨੂੰ, ਔਰ ਉਹ ਭੋਰੇ ਨੂੰ ਭੋਰਿਆਂ 'ਚ ਪਾਤਾ, ਭੋਰਿਆਂ 'ਚ ਹੋ ਰਿਹਾ, ਤੇ ਉਹਦੇ ਅੰਦਰ ਕੀ ਤਬਦੀਲੀਆਂ ਆਈਆਂ ਹੋਣਗੀਆਂ। ਉਹਦੀ ਪਰਸਨੈਲਿਟੀ ਉਂਝ ਦੀ ਨਹੀਂ ਹੈਗੀ ਜਿਵੇਂ ਬਾਕੀਆਂ ਸਾਰਿਆਂ ਲੋਕਾਂ ਦੀ ਹੁੰਦੀ ਹੈ, ਬਾਲਾਂ ਦੀ ਹੁੰਦੀ ਹੈ। ਇੱਕ ਤੇ ਮਾਂ-ਬਾਪ ਤੋਂ ਉਹ ਡਿਪਰਾਈਵਡ ਰਿਹਾ, ਕੱਲਾ ਰਿਹਾ, ਹਨੇਰੇ 'ਚ ਰਿਹਾ, ਤੇ ਉਹ ਜਦੋਂ ਵੀ ਅਸੀਂ ਉਹਨੂੰ ਵੇਖੀਏ ਸਾਰੀਆਂ ਚੀਜ਼ਾਂ ਨੂੰ, ਉਹ ਅਸੀਂ ਜਿਹੜਾ ਹੈ ਮੁੱਖ ਰੱਖੀਏ। ਇੱਕ ਚੀਜ਼ ਕਾਦਰ ਯਾਰ ਨੇ ਕੀਤੀ ਹੈ ਕਿ ਉਹ ਹੈ ਬੜਾ ਸੋਹਣਾ, ਔਰ ਜਦੋਂ ਉਹ ਦੇਖਦੀ ਹੈ ਲੂਣਾ ਤੇ ਉਹ ਉਹਦੀ ਜਿਹੜੀ ਖੂਬਸੂਰਤੀ ਹੈ ਝੱਲ ਨਹੀਂ ਪਾਉਂਦੀ, ਉਹਦੇ ਕੋਲ ਬਰਦਾਸ਼ਤ ਨਹੀਂ ਹੁੰਦੀ। ਇਹ ਜਿਹੜੀ ਇਹਦੇ ਹੈ ਨੇ ਇਹ ਲੈਨ, ਇਹ ਤੇ ਸਿਰਫ ਉਹਦੇ ਵਿੱਚ ਗੁੱਸਾ ਜਿਹੜਾ ਹੈ ਦਿਖਾਇਆ ਜਾ ਰਿਹਾ ਹੈ, ਮੱਛੀ ਵਾਂਗ ਤੜਪਦਾ ਹੈ ਔਰ ਅੱਖਾਂ 'ਚ ਲਹੂ ਉਹਦੇ ਆਇਆ ਹੈ, ਦਿਲ ਉਹਦਾ ਪੱਥਰ ਹੋ ਗਿਆ। ਕਾਦਰ ਯਾਰ ਮੰਦਾ ਦੁੱਖ ਇਸਤਰੀ ਦਾ, ਪੂਰਨ ਜਿਉਂਦਾ ਕਿਸੇ ਸਬਬ ਰਵੇ। ਬੇਸਿਕ ਲਾਈਨ ਹੈ ਇਹਦੇ 'ਚ, ਪੈਰਾਗ੍ਰਾਫ 'ਚ ਇਹੀ ਹੈ ਸਟੈਂਜ਼ੇ ਦੇ ਵਿੱਚ, ਕਿ ਕੋਈ ਐਸੀ ਹੋਣੀ ਨਾ ਹੋ ਜਾਏ ਜਿਹੜੀ ਉਹਦੀ ਜਾਨ ਹੀ ਨਾ ਲੈ ਲਵੇ। ਹੁਣ ਦੋਸਤ ਜਿਹੜੇ ਥੋੜੀ ਜਿਹੀ ਗੱਲ ਕਰ ਲੈਣ, ਫਿਰ ਅਸੀਂ ਅੱਗੇ ਮੂਵ ਕਰ। ਮੈਂ ਮੁਕਤਸਰ ਜੀ ਗੱਲ ਕਰਾਂਗਾ। ਦੋ ਹਾਂਜੀ। ਚੀਜ਼ਾਂ ਦੇ ਵਿੱਚ ਮੈਨੂੰ ਨਜ਼ਰ ਆ ਰਹੀਆਂ ਇਹਦੇ 'ਚ। ਇੱਕ ਤੇ ਕਲੀਅਰਲੀ ਡਿਫਾਈਨ ਕਰਤਾ ਕਿ ਕਾਦਰ ਯਾਰ ਮੰਦਾ ਦੁੱਖ ਇਸਤਰੀ ਦਾ। ਇਹ ਕਲਚਰਲੀ ਹਿਸਟੋਰੀਕਲੀ ਸਾਡਾ ਜਿਹੜਾ ਮੁਆਸ਼ਰਾ ਸਮਾਜ ਹੈ, ਧਰਤੀ ਹੈ, ਇਮੋਸ਼ਨਲੀ ਅਸੀਂ ਬੜੇ ਹਾਈਪਰ ਲੋਕ ਹਾਂ, ਔਰ ਇਸਤਰੀ ਦੇ ਬਾਰੇ ਸਾਡਾ ਜਿਹੜਾ ਐਟੀਟਿਊਡ ਹੈ ਉਹ ਬੜਾ ਡਿਫਰੈਂਟ ਹੈ ਵੈਸਟ ਤੋਂ। ਅਸੀਂ ਬੜੇ ਪੋਜੈਸਿਵ ਹਾਂ, ਔਰ ਇੱਕ ਤੇ ਹੈਗਾ, ਔਰ ਇਸਤਰੀ ਦਾ ਬੜਾ ਅਮਲ ਦਖਲ ਦਿਖਾਇਆ ਜਾਂਦਾ, ਖਾਸ ਤੌਰ ਤੇ ਇਸ ਕੰਟੈਕਸਟ ਦੇ ਵਿੱਚ ਕਿ ਜਦੋਂ ਏਜ ਡਿਫਰੈਂਸ ਬਹੁਤ ਜ਼ਿਆਦਾ ਹੈ ਰਾਜੇ ਦਾ ਤੇ ਇਹਦਾ ਲੂਣਾ ਦਾ। ਤੇ ਦੂਸਰਾ ਇੱਕ ਹੋਰ ਹੈਗਾ ਵੇ ਕਿ ਜਿਹੜੀ ਹਿਊਮਨ ਨੇਚਰ ਹੈ ਕਿ ਅਸੀਂ ਵੀ ਟੈਂਡ ਟੂ ਰਿਐਕਟ ਦੈਨ ਰਿਫਲੈਕਟ ਔਨ ਅ ਸਿਚੁਏਸ਼ਨ without doing any research about the credibility of the statement। ਤੇ ਇਹ ਦੋ ਚੀਜ਼ਾਂ ਤੇ ਬੜੀਆਂ ਨਜ਼ਰ ਆ ਰਹੀਆਂ, ਡਿਸਪਾਈਟ ਦਾ ਫੈਕਟ ਕਿ ਉਹਦਾ ਬੱਚਾ 12 ਸਾਲ ਦੂਰ ਰਿਹਾ। ਨੈਚੁਰਲੀ ਤੇ ਇੰਝ ਹੋਣਾ ਚਾਹੀਦਾ ਸੀ ਕਿ 12 ਸਾਲ ਬੱਚਾ ਜਦੋਂ ਦੂਰ ਰਹਿ ਕੇ ਪਿਓ ਜਾਂ ਮਾਂ ਕੋਲ ਆਉਂਦਾ ਹੈ ਤੇ ਉਹ 12 ਸਾਲ ਦੀ ਕਮੀ ਪੂਰਾ ਕਰਨ ਵਾਸਤੇ ਉਹ ਬੱਚੇ ਦਾ ਧਿਆਨ ਰੱਖਦੇ ਨੇ, ਉਹਨੂੰ ਚੁੱਕਦੇ ਨੇ, ਉਹਦੀ ਹਰ ਸ਼ਰਤ ਮੰਨਦੇ ਨੇ, ਔਰ ਅਗਰ ਕੋਈ ਛੋਟੀ ਮੋਟੀ ਚੀਜ਼ ਹੋ ਵੀ ਜਾਂਦੀ ਹੈ, ਗੱਲ ਹੋ ਵੀ ਜਾਂਦੀ, ਇਗਨੋਰ ਕਰਦੇ ਨੇ। ਲੇਕਿਨ ਇੱਥੇ ਬਿਲਕੁਲ ਉਲਟ ਹੋ ਰਿਹਾ। ਸੇ ਦੈਟਸ ਇੰਟਰਸਟਿੰਗ। ਦੂਸਰਾ ਪੁਆਇੰਟ ਜਿਹੜਾ ਤੁਸੀਂ ਕਿਹਾ ਕਿ ਉਹਦੀ, ਹਾਲਾਂਕਿ ਉਹ ਬਾਦਸ਼ਾਹ ਦਾ ਰਾਜੇ ਦਾ ਬੱਚਾ ਹੈ, ਬੇਸ਼ੱਕ 12 ਵਰੇ ਭੋਰੇ 'ਚ ਰਿਹਾ, ਲੇਕਿਨ ਉਹਦਾ ਵੱਖਰਾ ਉਹਨਾਂ ਲੋਕਾਂ ਤੋਂ, ਜਿਨ੍ਹਾਂ ਲੋਕਾਂ ਤੋਂ ਆ ਰਿਹਾ। ਤੇ ਉਹ ਮੈਨੂੰ ਬਾਰ-ਬਾਰ ਫਿਰ ਉਹ ਹੀਰ ਵਾਰਿਸ਼ਾਂ ਵੱਲ ਜਾ ਰਿਹਾ ਸੀ ਕਿ ਸ਼ੁਰੂ 'ਚ ਜਿਵੇਂ ਕਾਦਰ ਯਾਰ ਨੇ ਇਹਦੇ ਦਰਵੇਸ਼ੀ ਸਿਫਤਾਂ ਦਿਖਾਤੀਆਂ, ਭਗਤੀ ਤੇ ਜੋਗੀ ਸਿਫਤਾਂ ਦੇ ਵਿਖਾਤੀਆਂ ਕਿ ਪਿਓਰ ਹੋ ਅੰਦਰੋਂ ਬਾਹਰੋਂ, ਨਾ ਇਨੋਸੈਂਟ ਹੈ ਬੱਚਾ। ਤੇ ਜਿਵੇਂ ਹੀਰ ਰਾਂਝੇ 'ਚ ਰਾਂਝਾ ਜਿਹੜਾ ਵੇ ਸ਼ੁਰੂ 'ਚ ਹੀ ਵਾਰਿਸ ਸ਼ਾਹ ਨੇ ਕਹਿਤੀ ਕਿ ਦਰਵੇਸ਼ ਹੈਗਾ,
ਉਹ ਟੁਰਿਆ ਦਰਵੇਸ਼ ਜਾਂਦਾ ਸ਼ੁਰੂ ਚ ਡਿਫਾਈਨ ਕਰਤਾ ਸੀ। ਜਿੱਥੇ ਵੀ ਕਾਦਰ ਯਾਰ ਨੇ ਸ਼ੁਰੂ ਚ ਉਹਦਾ ਕੈਰੈਕਟਰ ਡਿਫਾਈਨ ਕਰਕੇ ਸਾਨੂੰ ਦੱਸ ਦਿੱਤਾ ਹੋਵੇ ਕਿ there should be nothing if and buts about the character of ਭਗਤ ਪੂਰਨ ਭਗਤ। ਬਸ ਮੈਂ ਨਹੀਂ ਕਹਿਣਾ ਸੀ। ਹਾਂ, ਕੋਈ ਦਰਵੇਸ਼ ਸੁਧਾਰਿਆ ਹੀ ਜਦੋਂ ਹਾਂਜੀ ਛੱਡ ਕਲਬੂਤ ਵਿਦਾ ਹੁੰਦਾ, ਹਾਂਜੀ ਜਿਵੇਂ ਕੋਈ ਦਰਵੇਸ਼ ਸੁਧਾਰਿਆ ਹੀ ਹਾਂ, ਜਦੋਂ ਹਾਂਜੀ। ਰਾਂਝਾ ਛੱਡ ਕੇ ਜਾਂਦਾ ਹੈ ਤਖਤ ਹਜ਼ਾਰਾ। ਹਾਂਜੀ ਤੇ ਉਹ ਬਿਲਕੁਲ ਮੈਂ ਉਹ ਮੈਂ ਪੈਰਲ ਦੇਖਣਾ ਪਿਆ ਸਾਂ ਕਿ ਪੈਟਰਨ ਉਹ ਹੀ ਹੈ ਕਿ ਸ਼ੁਰੂ ਚ ਹੀ ਉਹਨਾਂ ਨੇ ਆਪਣੇ ਜਿਹੜੇ ਹੀਰੋ ਸਨ ਡਿਫਾਈਨ ਕਰਤਾ ਹੈ ਕਿ ਤੁਸੀਂ ਇਹਨਾਂ ਹੀਰੋਜ਼ ਬਾਰੇ ਤੁਹਾਡੇ ਦਿਲ ਚ ਕੋਈ ਇਫ ਬਟਸ ਨਹੀਂ ਹੋਣਾ ਚਾਹੀਦਾ, ਦੇ ਆਰ ਪਿਓਰ ਕੈਰੈਕਟਰਸ। ਹਾਂਜੀ ਅਮਰਜੀਤ ਜੀ, ਤੁਸੀਂ ਕੋਈ ਗੱਲ ਕਰੋਗੇ? ਹਾਂਜੀ, ਇਹ ਬੰਦ ਤਾਂ ਵੈਸੇ ਸਿੱਧਾ ਹੀ ਆ ਕਿ ਇੱਥੇ ਅਖੀਰਲੀਆਂ ਸਿੱਧਾ। ਲਾਈਨਾਂ 'ਚ ਕਾਦਰ ਯਾਰ ਮੰਦਾ ਦੁੱਖ ਇਸਤਰੀ ਦਾ, ਕਿ ਇਨਸਾਨ ਨੂੰ, ਮਰਦ ਨੂੰ, ਇੱਥੇ ਰਾਜੇ ਨੂੰ ਕਹਿ ਲਓ, ਆਪਣੇ ਪਿਆਰ ਦਾ ਜਾਂ ਆਪਣੀ ਵਾਈਫ ਦਾ ਦੁੱਖ ਜਾਂ ਵਰਸੇਸ ਆਪਣੇ ਪੁੱਤਰ ਦਾ ਪਿਆਰ, ਇਹਨਾਂ ਦੋਹਾਂ ਦੇ ਵਿੱਚ ਟਸਲ ਹੈ ਕਿ ਕਿੰਨੀ ਵੈਲਿਊ ਉਹ ਰਾਜਾ ਜਿਹੜਾ ਆਪਣੇ ਲੂਣਾ ਦੇ ਪਿਆਰ ਦੀ ਪਾਉਂਦਾ ਔਰ ਦੂਸਰਾ ਆਪਣੇ ਪੁੱਤਰ ਦੇ ਪਿਆਰ ਦੀ ਪਾਉਂਦਾ, ਉਹਦੀ ਟਸਲ ਦੀ ਗੱਲ ਹੋ ਰਹੀ ਆ। ਦੂਸਰਾ ਜਿਹੜੀ ਕਹਿ ਰਹੇ ਸੀ ਨਾ ਤੁਸੀਂ ਕਿ 12 ਸਾਲ ਰਿਹਾ ਤੇ ਉਹਦੀ ਪਰਸਨੈਲਿਟੀ ਕੀ ਡਿਵੈਲਪ ਹੋਈ ਹੋਏਗੀ, ਆਪਾਂ ਥੋੜ੍ਹੀ ਜਿਹੀ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਜਦੋਂ ਉਹਨੂੰ ਜੰਮਦੇ ਨੂੰ ਵੇਖ ਕੇ ਨਜੂਮੀਆਂ ਨੇ, ਪੰਡਤਾਂ ਨੇ ਕਿਹਾ ਕਿ ਇਹ ਬੱਚਾ ਜਿਹੜਾ ਹੈਗਾ ਇੰਨਾ ਜ਼ਿਆਦਾ ਸੋਹਣਾ ਸੀਗਾ, ਇਹਨੂੰ ਜੋ ਸਮਾਜ ਉਸ ਟਾਈਮ ਦਾ ਬਣਿਆ ਸੀ, ਸਲਵਾਨ ਰਾਜੇ ਦੇ ਟਾਈਮ ਦਾ, ਉਹ ਤੋਂ ਕੱਢ ਕੇ ਇਹਨੂੰ ਅਲੱਗ ਇੱਕ ਆਈਡੀਅਲ ਟਾਈਪ ਦਾ ਇਨਸਾਨ ਬਣਾਇਆ ਜਾਏ, ਇਸ ਕਰਕੇ 12 ਸਾਲ ਦੀ ਉਹਨੂੰ ਇਹ ਸੈਪਰੇਸ਼ਨ ਹੋਈ ਸੀ। ਔਰ ਉਹਨਾਂ ਨੇ ਰੀਇਨਫੋਰਸਮੈਂਟ ਉਹਦੇ 12 ਸਾਲਾਂ ਦੇ ਵਿੱਚ ਸਮਾਜ ਦੇ ਜਿਹੜੇ ਆਲਰੇਡੀ ਐਸਟੈਬਲਿਸ਼ਡ ਜਾਂ ਹਿੰਦੂ ਧਰਮ ਦੇ ਜਿਹੜੇ ਐਸਟੈਬਲਿਸ਼ਡ ਅਸੂਲ ਸੀ, ਉਹਦੇ ਹਿਸਾਬ ਨਾਲ ਉਹਦੀ ਬ੍ਰਿੰਗਿੰਗ ਅਪ ਕੀਤੀ ਆ। ਇਹ ਕਿਉਂਕਿ ਸਲਵਾਨ ਵਰਗੇ ਜਿਹੜੇ ਰਾਜੇ ਹੁੰਦੇ ਐਸ਼ੋ ਇਸਰਤ ਦੇ ਵਿੱਚ ਫਸੇ ਹੁੰਦੇ ਨੇ, ਪਰ ਉਹ ਥਿੜਕ ਜਾਂਦੇ ਨੇ ਆਪਣੇ ਕਈ ਵਾਰੀ ਰਿਲੀਜਨ ਦੇ ਰਸਤਿਆਂ ਤੋਂ। ਸੋ ਮੇਰਾ ਖਿਆਲ ਇਸੇ ਲਈ ਪੰਡਤਾਂ ਨੇ ਉਹਨੂੰ 12 ਸਾਲ ਦੇ ਲਈ ਕਿਹਾ ਸੀ ਕਿ ਇਹਨੂੰ ਆਈਡੀਅਲ ਇਨਸਾਨ ਜਿਹੜਾ ਉਹ ਸਮਝਦੇ ਸੀ ਉਸ ਵੇਲੇ ਦੇ ਸਮਾਜ ਦੇ ਔਰ ਧਰਮ ਦੇ ਲਿਹਾਜ਼ ਨਾਲ ਬਣਾਇਆ ਜਾਏ। ਜੋਗੀ ਤਾਂ ਖੈਰ ਬਾਅਦ 'ਚ ਬਣਦਾ, ਉਹ ਚੇਂਜ ਹੋ ਜਾਂਦਾ, ਪਰ ਇਹ 12 ਸਾਲ ਦਾ ਆਈਡੀਅਲ ਜਿਹੜਾ ਕਿ ਮਾਂ ਨੂੰ, ਆਪਣੀ ਮਤਰੇਈ ਮਾਂ ਨੂੰ ਕਿਸ ਤਰ੍ਹਾਂ ਟਰੀਟ ਕਰਨਾ, ਸਾਰੇ ਉਹ ਜੋ ਸਮਾਜ ਦੇ ਰੂਲ ਨੇ, ਹਿੰਦੂ ਧਰਮ ਦੇ ਰੂਲ ਨੇ, ਉਹਦੇ ਹਿਸਾਬ ਨਾਲ ਉਹਨੂੰ ਕ੍ਰੀਏਟ ਕੀਤਾ ਗਿਆ 12 ਸਾਲ ਲਈ। ਮੈਂ ਥੋੜ੍ਹਾ ਇਸ ਤਰ੍ਹਾਂ ਪਹਿਲਾਂ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਉਹ ਇੱਕ ਧਰਮ ਦਾ ਆਈਡੀਅਲ ਬੰਦਾ ਹੈਗਾ। ਹਾਂਜੀ ਕਿਸ਼ਵਰ ਜੀ, ਤੁਸੀਂ ਕੁਝ ਕਹੋਗੇ? ਜੀ ਜੀ, ਮੈਂ ਬਸ ਇਹ ਆਖਣਾ ਚਾਹਣੀ ਹਾਂ ਕਿ ਪਹਿਲੀ ਦਫਾ ਰਾਜਾ ਸਲਵਾਨ ਨੇ ਜਿਹੜੀ ਆਪਣੀ ਇਮੋਸ਼ਨਲ ਟਰਮੋਇਲ ਆ ਉਹ ਦਿਸਣਾ ਪਿਆ, ਕਿਉਂਕਿ ਪਹਿਲੋਂ ਵੀ ਜਦੋਂ ਉਸ ਆਪਣੇ ਪੁੱਤਰੇ ਕੀ ਉਹ ਪੂਰੇ ਪਾਇਆ ਸਾ ਤੇ ਪਤਾ ਨਹੀਂ ਜ਼ਾਲਮ ਜਿਹਾ ਲੱਗਣਾ ਪਿਆ, ਜ਼ਾਲਮ ਬੰਦਾ ਲੱਗਣਾ ਸਾ, ਰਾਜਾ ਲੱਗਣਾ ਸਾ, ਪਰ ਇਹ ਬੰਦ ਪੜੀ ਲੱਗਣਾ ਪਿਆ ਕਿ ਉਸकी ਲੂਣਾ ਨਾਲ ਸ਼ਾਇਦ ਪਿਆਰ ਆ, ਪੁੱਤਰ ਨਾਲ ਪਿਆਰ, ਲੂਣਾ ਨਾਲ ਪਿਆਰ, ਆਪਸ ਉਹ ਥੋੜਾ ਜਿਹਾ ਉਸ ਵਿੱਚ ਗਿਲਟ ਵੀ ਆ, ਸ਼ੇਮ ਵੀ ਆ, ਕਿਉਂਕਿ ਰਾਤੀ ਉੱਠ ਜਿਹੜਾ ਬਹਿਣਾ ਪਿਆ, ਦਿਲ ਜਿਹੜਾ ਉਸ ਨਾਲ ਮਚਲਣਾ ਪਿਆ, ਉਹ ਇਸ ਤੜਫਣਾ ਪਿਆ, ਉਹ ਮੱਛੀਆਰ। ਇਸ ਦਾ ਮਤਲਬ ਆ ਕਿ ਜ਼ੁਲਮ ਦੇ ਇਲਾਵਾ ਵੀ ਕੋਈ ਇੱਕ ਤੁਸਾਂ ਕੀ ਇਮੋਸ਼ਨਲ ਸ਼ੇਡ ਸਲਵਾਨ ਵਿੱਚ ਨਜ਼ਰ ਆਇਆ। ਬਸ ਇਹ ਮੈਂ ਆਖਣੀ ਚਾਹਣੀ ਸੀ। ਹਾਂਜੀ ਮਦੀਆ ਜੀ। I just love the imagery of this verse. Jo Pambar Gazab de Loon Loon, it's like it's so deep or jo gussa. But I have a question kyunki jo 12 saal he was away from his son, jo Raja, he's already detached. But he still loves his son. I guess that it shows the pyar there as well. So he's in a dilemma. Like, he was rejected before when he said to his son to get married, and he said no. The auto rejection, but this is worse, I guess. So I'm just feeling the gussa from this. ਮੈਂ ਤੁਹਾਡੀ ਗੱਲ ਦਾ ਹੁਣੀ ਜਵਾਬ ਦੇਣਾ। ਆਪਣੇ ਅਦਿੱਤਰ ਜੀ ਤੁਸੀਂ ਕੋਈ ਗੱਲ ਕਰੋ।
ਸਰ ਮੇਰਾ ਇੱਕ ਸਵਾਲ ਹੈ, ਜਿਹੜਾ ਤੀਜੀ ਲਾਈਨ ਦੇ ਵਿੱਚ ਮੈਨੂੰ ਦੋ ਲਾਈਨਾਂ ਦੇ ਮੀਨਿੰਗਸ ਨਹੀਂ ਸਮਝ ਆਏ। ਇੱਕ ਤਾਂ ਪਹਿਲੀ ਤਾਂ ਹੈ ਜੀ, ਪੱਥਰ ਦਿਲ ਸਕੇ ਹੈ ਜਾਂ ਸਿੱਕੇ ਪੁੱਤਰ ਵੱਲੋਂ। ਇੱਕ ਤਾਂ ਇਹ ਲਾਈਨ ਹੈ ਜੀ, ਪੱਥਰ ਦਿਲ ਸਿੱਕੇ ਪੁੱਤਰ ਵੱਲੋਂ, ਇਹਦਾ ਐਗਜ਼ੈਕਟ ਮੀਨਿੰਗ ਕੀ ਹੈ ਜੀ? ਤੇ ਸੈਕਿੰਡ ਜਿਹੜੀ ਲਾਸਟ ਲਾਈਨ ਹੈ ਇਸ ਪੈਰੇ ਦੀ, ਪੂਰਨ ਜੀਵਦਾ ਕਿਸੇ ਸਬਬ ਰਹੇ, ਇਹ ਦੋ ਹਾਂ। ਲਾਈਨਾਂ ਮੈਨੂੰ ਕਲੀਅਰ ਨਹੀਂ ਹੋਈਆਂ ਕਿ ਹਾਂ। ਇਹਦਾ ਕੀ ਕਨਵੇ ਹੋ ਰਿਹਾ ਥਾਟ। ਉਹ ਸਕਾ ਪੁੱਤਰ ਹੈ, ਉਹਦਾ ਰੀਅਲ ਸਨ ਹੈ ਉਹਦਾ, ਲੇਕਿਨ ਉਹਦਾ ਦਿਲ ਪੱਥਰ ਹੋ ਗਿਆ ਹੈ। ਇਹ ਜਿਹੜਾ ਓਕੇ, ਗੁੱਸਾ ਆਇਆ ਹੈ, ਉਹਦੀ ਵਜ੍ਹਾ ਨਾਲ ਅੱਛਾ, ਪੂਰਨ ਸੋ ਇਹ ਸਕੇ ਜਿਉਂਦਾ। ਪੁੱਤਰ ਦਾ, ਹਾਂ, ਸਕੇ ਸਕੇ ਪੁੱਤਰ ਪੁੱਤਰ ਦੇ ਦਾ। ਨਾਲ, ਰਾਈਟ ਹਾਂ, ਰਾਈਟ ਰਾਈਟ ਸਰ। ਉਹਦੇ ਸਕੇ ਪੁੱਤਰ ਲਈ ਉਹਦਾ ਦਿਲ ਪੱਥਰ ਹੋ ਗਿਆ, ਰਹਿਮ ਖਤਮ ਹੋ ਗਿਆ, ਕਾਈਂਡਨੈਸ ਖਤਮ ਹੋ ਗਈ ਹੈ, ਔਰ ਰਾਈਟ ਸਰ, ਉਹਦੇ ਲਈ ਕੋਈ ਮਰਸੀ ਨਹੀਂ ਰਹੀ ਉਹਦੇ ਦਿਲ ਦੇ ਵਿੱਚ। ਜੀ ਸਰ। ਤੇ ਜੇ ਦੂਸਰੀ ਆਖਰੀ ਲਾਈਨ ਤੁਸੀਂ ਪੁੱਛ ਰਹੇ ਹੋ, ਕਾਦਰ ਯਾਰ ਮੰਦਾ ਜਿਉਂਦਾ ਕਿਸੇ ਸਬਬ ਰਵੇ, ਕਿ ਇਹ ਹਾਂਜੀ ਕਾਦਰ ਯਾਰ ਖੁਦ ਗੱਲ ਕਰ ਰਿਹਾ, ਖੁਦ ਗੱਲ ਜੀ, ਕਰ ਰਿਹਾ, ਉਹ ਸਿੰਪੈਥਾਈਜ਼ ਕਰ ਰਿਹਾ ਉਹਦੇ ਨਾਲ, ਐਕਚੁਅਲੀ ਪੂਰਨ ਦੇ ਨਾਲ, ਓਕੇ ਕਿ ਸਰ, ਜਿਹੜਾ ਦੁੱਖ ਹੈਗਾ ਹੈ, ਉਹਨੂੰ ਸਲਵਾਨ ਨੂੰ ਆਪਣੀ ਬੀਵੀ ਦਾ ਇੰਨਾ ਜ਼ਿਆਦਾ ਹੈਗਾ ਹੈ ਕਿ ਪਤਾ ਨਹੀਂ ਹੁਣ ਉਹਦੀ ਜ਼ਿੰਦਗੀ ਦਾ ਕੀ ਬਣੇਗਾ। ਪੂਰਨ ਜਿਉਂਦਾ ਰਹੇਗਾ ਕਿ ਨਹੀਂ ਰਹੇਗਾ। ਉਹ ਕਾਦਰ ਯਾਰ ਜਿਹੜੇ ਨੇ ਇੱਕ ਵਿਸ਼ ਕਰ ਰਿਹਾ, ਜਿਉਂਦਾ ਕਿਸੇ ਸਬਬ ਰਹੇ, ਕਿਸੇ ਬਹਾਨੇ ਨਾਲ, ਕਿਸੇ ਸਬਬ ਹੁੰਦਾ ਕਾਜ਼, ਜੀ ਜੀ ਸਰ, ਕਾਲ ਵਜ੍ਹਾ, ਕਿ ਜੀ ਸਰ, ਕਿਸੇ ਵਜ੍ਹਾ ਨਾਲ ਉਹ ਜਿਉਂਦਾ ਰਹਿ ਜਾਏ। ਠੀਕ ਹੈ ਸਰ। ਹਾਂ ਮਧੀਆ ਜੀ, ਤੁਸੀਂ ਜਿਹੜੀ ਕੀਤੀ ਨਾ ਗੱਲ, ਉਹ ਹੈਗੀ ਹੈ ਕਿ ਇਹ ਗੱਲ ਛੁਪੀ ਹੋਈ ਹੈ, ਕਿਉਂਕਿ ਇਹ ਕਿੱਸੇ ਦਾ ਕਮਾਲ ਇਹ ਹੈਗਾ ਕਿ ਜਿੰਨਾ ਓਪਨ ਹੈ ਓਨਾ ਹੀ ਸਿੰਬੋਲਿਕ ਹੈ, ਔਰ ਹਿਡਨ ਹੈ ਓਨਾ ਹੀ, ਜਿੰਨਾ ਬਾਹਰ ਹੈ ਓਨਾ ਹੀ ਅੰਦਰ ਹੈ। ਹਿਡਨ ਵੀ ਬਹੁਤ ਹੈ, ਔਰ ਬੜਾ ਜ਼ਿਆਦਾ ਉਹਨੇ ਸਕੋਪ ਰੱਖਿਆ ਸਾਡੇ ਲਈ ਕਿ ਅਸੀਂ ਇਹਦੀਆਂ ਰਮਜ਼ਾਂ, ਇਹਦਾ ਸਿੰਬਲਸ, ਇਹਦੇ ਮੈਟਾਫਰ ਜਿਹੜੇ ਨੇ ਅਸੀਂ ਖੋਲੀਏ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪੂਰਨ ਹੈ, ਉਹ ਬਾਦਸ਼ਾਹ ਦੇ ਬਾਅਦ ਉਹਨੇ ਬਾਦਸ਼ਾਹ ਬਣਨਾ, ਉਹ ਦਾਅਵੇਦਾਰ ਹੈ ਬਾਦਸ਼ਾਹ ਦਾ। ਬੇਸ਼ੱਕ ਉਹਨੇ ਉਹਨੂੰ ਜੰਮਿਆ, ਲੇਕਿਨ ਜਦੋਂ ਜੋਤਸ਼ੀ ਕਹਿੰਦੇ ਨੇ ਕਿ ਤੇਰੇ ਲਈ ਬਦਸ਼ਕੂਨ ਹੈ, ਤੇ ਉਹਦੇ ਦਿਲ 'ਚ ਇੱਕ ਖੌਫ ਵੀ ਹੈਗਾ ਉਹਦਾ। ਇੱਕ ਬੇਸ਼ੱਕ ਉਹ 12 ਸਾਲ ਬਾਅਦ ਬਾਹਰ ਆ ਗਿਆ, ਉਹਦਾ ਪੁੱਤਰ ਹੈ, ਉਹਨੂੰ ਚੰਗਾ ਵੀ ਲੱਗਦਾ ਹੈ, ਉਹ ਉਹਦੇ ਨਾਲ ਰਿਲੇਟ ਵੀ ਕਰਨਾ ਚਾਹੁੰਦਾ ਹੈ, ਲੇਕਿਨ ਇੱਕ ਜਦੋਂ ਪਾਵਰ ਦੀ ਗੱਲ ਆਉਂਦੀ ਹੈ, ਉਹ ਡਰ ਵੀ ਜਾਂਦਾ ਹੈ ਕਿ ਮੇਰੇ ਕੋਲ ਪਾਵਰ ਨਾ ਖੋ ਲੈ, ਕੋਈ ਗੱਲ ਨਾ ਹੋ ਜਾਏ, ਮੇਰੀ ਬਾਦਸ਼ਾਹਤ ਨਾ ਛਿਣ ਜਾਵੇ। ਲਿਹਾਜ਼ਾ ਜਦੋਂ ਇਹ ਗੱਲ ਆਉਂਦੀ ਹੈ ਅੱਗੇ ਕਿ ਉਹਨੇ ਹਰੈਸਮੈਂਟ ਕੀਤੀ ਹੈ, ਇਹ ਕੀਤੀ ਹੈ, ਅਨਕੌਂਸ਼ੀਅਸਲੀ ਉਹ ਕਹਿੰਦਾ ਇਹ ਤਾਂ ਬਹੁਤ ਅੱਛਾ ਮੌਕਾ ਹੈ, ਉਹਨੂੰ ਫਾਰਗ ਹੀ ਕਰੋ, ਇਹ ਤੇ ਬਹੁਤ ਅੱਛਾ ਮੌਕਾ ਆ ਗਿਆ ਮੇਰੇ ਕੋਲ, ਮੈਂ ਉਹਨੂੰ ਫਾਰਗ ਹੀ ਕਰ ਦੇਣਾ। ਉਹ ਜਿਹੜਾ ਇੱਕ ਇਹਨੂੰ ਕੌਂਸ਼ੀਅਸਲੀ ਕਾਦਰ ਯਾਰ ਨੇ ਲਿਖਿਆ ਨਹੀਂ, ਬਟ ਮੈਨੂੰ ਲੱਗਦਾ ਹੈ, ਦੋਸਤ ਇਹਦੇ ਨਾਲ ਐਗਰੀ ਡਿਸਐਗਰੀ ਕਰ ਸਕਦੇ ਨੇ, ਕਿ ਇਹ ਗੱਲ ਵੀ ਉਹਦੇ ਜਿੰਨੀ ਛੇਤੀ ਫੈਸਲਾ ਕਰ ਰਿਹਾ, ਪੱਥਰ ਦਿਲ ਹੋ ਗਿਆ, ਔਰ ਇੱਕਦਮ ਉਹਨੂੰ ਗੁੱਸਾ ਚੜ ਗਿਆ, ਔਰ ਕੋਈ ਕਿਸੇ ਜਗ੍ਹਾ ਤੇ ਉਹਨੂੰ ਕੰਸੈਸ਼ਨ ਦੇਣ ਵਾਸਤੇ ਤਿਆਰ ਨਹੀਂ ਹੈ। ਅੱਗੇ ਚਲੀਏ ਸਈਦ ਸਾਹਿਬ। ਥੋੜੀ ਜਿਹੀ ਮੈਂ ਤੇ ਗੱਲ ਕਰਨੀ ਸੀ ਕਿ ਜਿਹੜਾ ਇਹ ਸੀਨ ਇਸ ਵੇਲੇ ਰਾਤ ਨੂੰ ਰਾਜੇ ਦੀ ਜੋ ਹਾਲਤ ਹੈ, ਕਦੀ ਉੱਠਦਾ, ਕਦੀ ਬਹਿੰਦਾ, ਕਦੀ ਲੰਬਾ ਪੈਂਦਾ, ਤੜਫਦਾ, ਮੇਰੇ ਖਿਆਲ ਦਿਸ ਨਾਈਟ ਜਿਹੜੀ ਆ ਉਹਦੀ ਆਲਮੋਸਟ ਡਿਸੀਜਨ ਮੇਕਿੰਗ ਦੀ ਰਾਤ ਹੈ। ਆਪਣੇ ਦਿਲ ਦੇ ਅੰਦਰ ਉਹ ਬਿਲਕੁਲ ਫੈਸਲਾ ਕਰ ਰਿਹਾ ਇਸ ਵੇਲੇ, ਕਿਉਂਕਿ ਅਗਲੇ ਬੰਦ 'ਚ ਪਤਾ ਲੱਗੇਗਾ ਕਿ ਫੈਸਲਾ ਤਾਂ ਹੋ ਚੁੱਕਾ ਸਾਰਾ ਲੇਕਿਨ ਕੁਝ। ਅਗਲੇ ਬੰਚ ਅਮਰਜੀਤ ਸਾਹਿਬ, ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਇਹ ਤੁਹਾਨੂੰ ਵਾਪਸ ਲੈਣੀ ਪੈ ਜਾਏਗੀ। ਅੱਛਾ। ਹਾਂ, ਮੈਂ ਤੁਹਾਨੂੰ ਪਹਿਲੇ ਹੀ ਹੋਰ ਵਾਰਨਿੰਗ ਕਰ ਰਿਹਾ, ਕੋਈ ਤੜਪ ਨਹੀਂ ਰਿਹਾ, ਉਹ ਅੱਗੇ ਜਾ ਕੇ ਦੇਖਣਾ ਤੁਸੀਂ ਕੀ ਡਰਾਮਾ ਹੁੰਦਾ ਹੈ। ਹਾਂ ਜੀ, ਠੀਕ ਹੈ। ਪੜੋ ਜੀ, ਬੰਦ ਪੜੋ। ਮੈਂ ਪੜਨਾ ਜੀ। ਲਾਮ ਲੂਤੀਆਂ ਰਹਿਣ ਨਾ ਦਿੰਦੀਆਂ ਨੇ, ਨਾਲ ਨਾਲਿਸ਼ਾਂ ਸ਼ਹਿਰ ਵੀਰਾਨ ਕੀਤਾ, ਮੁੱਢੋਂ ਲਾ ਇਹ ਹੁੰਦੀਆਂ ਆਈਆਂ ਨੇ, ਅੱਗੇ ਕਈਆਂ ਦਾ ਅਲਖ ਜਹਾਨ ਕੀਤਾ, ਪੂਰਨ ਨਾਲ ਅਵਲੜੀ ਹੋਣ ਲੱਗੀ, ਜਿਸ ਦੀ ਮਾਂ ਐਸਾ ਫਰਮਾਨ ਕੀਤਾ, ਕਾਦਰ ਯਾਰ ਚੜਿਆ ਦਿਨ ਸੁਖ ਦਾ ਜੀ, ਰਾਜੇ ਬੈਠ ਚੌਕੀ ਇਸ਼ਨਾਨ ਕੀਤਾ। ਇਹ ਸਾਰੀ ਰਾਤ ਤੜਫਦਾ ਰਿਹਾ ਹੈ, ਤੇ ਸੁੱਖ ਦਾ ਦਿਨ ਕਿੱਥੋਂ ਨਿਕਲ ਆਇਆ ਤੇ ਇਸ਼ਨਾਨ ਕਿੱਥੋਂ ਆ ਗਿਆ। ਰਾਤ ਉਹਨੇ ਲੂਣਾ ਦੇ ਨਾਲ ਗੁਜ਼ਾਰੀ ਹੈ, ਭੋਗ ਕੀਤਾ ਉਹਦੇ ਨਾਲ, ਔਰ ਇਸ਼ਨਾਨ ਵੀ ਕੀਤਾ, ਔਰ ਬੜਾ ਸੁੱਖ ਦਾ ਦਿਨ ਚੜਿਆ, ਔਰ ਰਾਤ ਕਿੱਥੇ ਗਈ ਹੈ। ਬਹਿਰਹਾਲ ਉਹ ਅਸੀਂ ਬਾਅਦ ਚ ਕਰਾਂਗੇ, ਅਸੀਂ ਪਹਿਲੇ ਲਫ਼ਜ਼ਾਂ ਦੇ ਮਤਲਬ ਕਰ ਲਈ।
ਲਾਮ ਲੂਤੀਆਂ ਰਹਿਣ ਨਾ ਦੇਂਦੀਆਂ ਨਹੀਂ। ਲੂਤੀਆਂ ਮੈਨੇ ਹੁੰਦਾ ਚੁਗਲੀ ਕਰਨੀ, ਕਿਸੇ ਦੀ ਸ਼ਿਕਾਇਤ ਕਰਨੀ। ਨਾਲਸ਼ਾ ਸ਼ਹਿਰ ਵੀਰਾਨ ਕੀਤਾ। ਨਾਲਸ਼ਾ ਦਾ ਮੈਂ ਤੇ ਨਹੀਂ ਕੁਛ ਮੈਨੂੰ ਸਮਝ ਆਈ, ਲੇਕਿਨ ਥੱਲੇ ਮਤਲਬ ਇਹਨਾਂ ਨੇ ਲਿਖਿਆ ਹੈ ਅਦਾਲਤੀ ਦਾਵਾ ਫਰਿਆਦ ਵਗੈਰਾ। ਲੂਤੀਆਂ ਜਿਹੜੀਆਂ ਲੂਤੀ ਲਾਈ ਹੈ ਇਹਨੇ, ਲੂਣਾ ਨੇ ਲੂਤੀ ਲਾਈ ਹੈ, ਉਹਦੀ ਵਜ੍ਹਾ ਨਾਲ ਉਹ ਕਹਿੰਦਾ ਕਿ ਰਹਿਣ ਨਾ ਦਿੰਦੀਆਂ। ਤਾਂ ਮੁਰਾਦ ਹੈ ਕਿ ਬੰਦੇ ਨੂੰ ਸੁੱਖ ਚੈਨ ਚ ਨਹੀਂ ਰਹਿਣ ਦਿੰਦੀਆਂ, ਰਿਲੇਸ਼ਨਸ਼ਿਪ ਨੂੰ ਕਾਇਮ ਨਹੀਂ ਰਹਿਣ ਦਿੰਦੀਆਂ, ਜੋ ਵੀ ਤੁਸੀਂ ਇਹਦੀ ਪੋਸੀਬਿਲਿਟੀ ਬਣਾ। ਲਾਲਸ਼ਾਂ ਨੇ ਜਿਹੜਾ ਦਾਅਵੇ ਨੇ ਔਰ ਫਰਿਆਦਾਂ ਵਗੈਰਾ ਨੇ, ਉਹਨਾਂ ਨੇ ਸ਼ਹਿਰ ਨੂੰ ਵੀਰਾਨ ਕਰ ਦਿੱਤਾ ਹੈ। ਬੁੱਢੋ ਲਾਹ ਹੁੰਦੀਆਂ ਆਈਆਂ ਨੇ, ਅੱਗੇ ਕਈਆਂ ਦਾ ਅਲਖ ਜਹਾਨ ਕੀਤਾ। ਅਲਖ ਜਿਹੜਾ ਲਫ਼ਜ਼ ਹੈ, ਇਹਦਾ ਮਤਲਬ ਜਿਹੜਾ ਇੱਕ ਹੈ ਥੱਲੇ ਤੇ ਲਿਖਿਆ ਹੈ ਬੇਨਾਮ ਬੇਨਿਸ਼ਾਨ, ਲੇਕਿਨ ਇਹ ਬੜਾ ਪਾਵਰਫੁਲ ਲਫ਼ਜ਼ ਹੈ। ਇਹ ਜਿਹੜਾ ਹੈ ਅਨਸੀਨ ਹੈ, ਵਿਦਾਊਟ ਸ਼ੇਪ ਆਰ ਫਾਰਮ। ਇਹਨੂੰ ਅਲਕਸ਼ ਵੀ ਕਹਿੰਦੇ ਨੇ। ਜਿਸ ਤਰ੍ਹਾਂ ਦਿਉਤਾ ਜਾਂ ਦਿਉਤੀ ਹੈ, ਉਹ ਵੀ ਅਲਕਸ਼ ਹੈ, ਜਿਹਦੀ ਫਾਰਮ ਨਹੀਂ ਹੈ, ਜਿਹਦੀ ਕੋਈ ਸ਼ਕਲ ਨਹੀਂ ਹੈ। ਔਰ ਜੋਗੀਆਂ ਦੇ ਵਿੱਚ ਇੱਕ ਦੂਸਰੇ ਨੂੰ ਜਦੋਂ ਸਲਾਮ ਕਰਦੇ ਨੇ, ਉਦੋਂ ਵੀ ਅਲਕਸ਼ ਬੋਲਦੇ ਨੇ, ਅਲਖ ਬੋਲਦੇ ਨੇ। ਅਲਖ ਜਗਾਣਾ ਕਿਹਾ ਜਾਂਦਾ ਹੈ, ਟੂ ਕਾਲ ਔਨ ਦਾ ਇਨਵਿਜ਼ੀਬਲ। ਬੰਦੇ ਦੇ ਅੰਦਰ ਜਿਹੜੀਆਂ ਸ਼ਕਤੀਆਂ ਨੇ, ਜਿਹੜੇ ਉਹਦੇ ਅੰਦਰ ਜਿਹੜੀਆਂ ਤਾਕਤਾਂ ਨੇ, ਉਹਨਾਂ ਨੂੰ ਅਲਖ ਜਾਂ ਅਲਕਸ਼ ਜਗਾਣਾ ਵੀ ਕਿਹਾ ਜਾਂਦਾ ਹੈ। ਅਲਖਣ ਜਾਂ ਅਲਕਸ਼ਨ ਜਿਹੜਾ ਉਹਦਾ ਇੱਕ ਮਤਲਬ ਬੈਡ ਓਮਨ ਵੀ ਹੈ, ਬੈਡ ਸਾਈਨ ਵੀ ਹੈ, ਵਿਦਾਊਟ ਡਿਸਟਿੰਗੁਇਸ਼ਿੰਗ ਮਾਰਕਸ। ਇਹ ਵੀ ਇਹਦਾ ਮਤਲਬ ਹੈ, ਬੈਡ ਓਮਨ ਵੀ ਇਹਦਾ ਮਤਲਬ ਹੈ। ਪਲੈਟਸ ਦੀ ਡਿਕਸ਼ਨਰੀ, ਜਾਨ ਐਫ ਪਲੈਟ ਦੀ ਡਿਕਸ਼ਨਰੀ, ਸਾਰੇ ਦੋਸਤਾਂ ਨੂੰ ਉੱਥੋਂ ਮੈਂ ਵਿੱਚ ਦੇਖ ਰਿਹਾ ਵਾਂ। ਬੁੱਢੋ ਲਾਹ ਹੁੰਦੀਆਂ ਆਈਆਂ ਨੇ, ਅੱਗੇ ਕਈਆਂ ਦਾ ਅਲਖ ਜਹਾਨ ਕੀਤਾ। ਫਿਲੋਸੋਫੀਕਲ ਲਾਈਨ ਹੈ, ਪੂਰੀ ਹਿਸਟਰੀ ਦੀ ਗੱਲ ਕਰ ਰਿਹਾ ਉਹ, ਕਿ ਇਸ ਤਰ੍ਹਾਂ ਹੁੰਦੀਆਂ ਆਈਆਂ ਨੇ, ਔਰ ਜਿਹੜੇ ਨਿਸ਼ਾਨ ਵਾਲੇ ਸੀ ਉਹਨਾਂ ਨੂੰ ਬੇਨਿਸ਼ਾਨ ਕਰ ਦਿੱਤਾ ਗਿਆ, ਬੇਨਿਸ਼ਾਨ ਹੋ ਗਏ। ਪੂਰਨ ਲਾਲ ਅਵਲੜੀ ਹੋਣ ਲੱਗੀ। ਅਵਲੜੀ ਮਾਨੇ ਬਿਲਕੁਲ ਡਿਫਰੈਂਟ, ਜਿਹੜੀ ਕਿਸੇ ਹਿਸਾਬ 'ਚ ਨਹੀਂ ਹੈਗੀ, ਭੈੜੀ ਹੈ, ਅਨੋਖੀ ਹੈ, ਕਾਇਦੇ ਤੋਂ ਬਾਹਰ ਹੈ। ਜਿਸ ਦੀ ਮਾਂ ਐਸਾ ਫਰਮਾਨ ਕੀਤਾ, ਕਾਦਰ ਯਾਰ ਚੜਿਆ ਦਿਨ ਸੁਖ ਦਾ ਜੀ, ਰਾਜੇ ਬੈਠ ਚੌਕੀ ਇਸ਼ਨਾਨ ਕੀਤਾ। ਸਾਡੇ ਇੱਥੇ ਲਿਖਿਆ ਕਿ ਪੂਰਨ ਨਾਲ ਅਵਲੀ ਕੀ ਹੋਣ ਲੱਗੀ, ਕਿ ਇਹਦੇ ਨਾਲ ਕੋਈ ਅਲੱਗ ਨਹੀਂ ਹੋਣ ਲੱਗੀ। ਇਹ ਪਹਿਲਾਂ ਵੀ ਹੁੰਦੀ ਆਈ ਹੈ ਸਾਰਾ ਕੁਝ। ਸਾਡੇ ਅਵਲੀ ਕੀ ਹੋਣ ਲੱਗੀ। ਅਵਲੀ ਵੀ ਠੀਕ ਹੈ, ਅਵਲੜੀ ਅਵਲੀ ਇੱਕੋ ਹੀ ਲਫ਼ਜ਼ ਹੈ, ਇੱਕੋ ਹੀ ਲਫ਼ਜ਼ ਹੈ। ਵਾਰਿਸ਼ਾ ਤਰ੍ਹਾਂ ਕਾਦਰ ਯਾਰ ਨੇ ਅਵਲੀ ਤੋਂ ਅਵਲੜੀ ਕੱਢਿਆ, ਜਿਵੇਂ ਰਾਂਝੇ ਤੋਂ ਰੰਜੇਟੜਾ। ਹਾਂ, ਅਵਲੜੀ ਔਰ ਅਵਲੀ ਦੋਵੇਂ ਠੀਕ ਨੇ, ਮਤਲਬ ਦੋਵਾਂ ਦਾ ਇੱਕੋ ਹੀ ਹੈ। ਨਹੀਂ, ਮੈਂ ਮਤਲਬ ਅਵਲੀ ਦੀ ਗੱਲ ਨਹੀਂ ਸੀ ਕਰ ਰਿਹਾ। ਮੈਂ ਕਰ ਰਿਹਾ ਕਿ ਪੂਰਨ ਨਾਲ ਅਵਲੀ ਕੀ ਹੋਣ ਲੱਗੀ, ਉਹਦੇ ਨਾਲ ਕੀ ਅਲੱਗ ਹੋਣ, ਕੋਈ ਐਸੀ ਅਲੱਗ ਨਹੀਂ ਹੋਣ ਲੱਗੀ ਜੋ ਪਹਿਲਾਂ ਹੀ ਹੁੰਦੀ ਆਈ ਲੋਕਾਂ ਦੇ ਨਾਲ, ਜਿਨ੍ਹਾਂ ਦੇ ਉੱਤੇ ਮੁਕੱਦਮੇ ਜਾਂ ਲੁੱਤੀਆਂ ਦੇ ਨਾਲ ਝੂਠੇ ਇਲਜ਼ਾਮਾਤ ਲੱਗੇ ਨੇ, ਮਾਰੇ ਗਏ ਨੇ ਉਹ ਲੋਕ। ਇਹਦੇ ਨਾਲ ਵੀ ਕੋਈ ਅਲੱਗ ਨਹੀਂ ਹੋ ਰਹੀ ਹੈ, ਸ਼ੁਰੂ ਤੋਂ ਹੁੰਦਾ ਆਇਆ ਹੈ। ਸਹੀ, ਠੀਕ। ਚਲੋ ਮਰਜੀ ਜੀ, ਤੁਸੀਂ ਚੁੱਕੇ ਬੋਲਦੇ ਪਿਓ, ਕਰ ਲਓ ਗੱਲ ਆਪਣੀ। ਹਾਂ, ਉਹੀ ਇਸ ਲੁੱਤੀਆਂ ਦੀ ਤੁਸੀਂ ਗੱਲ ਕੀਤੀ ਹੈ, ਇਲਜ਼ਾਮਾਤ ਲਾਉਣੇ ਝੂਠੇ, ਜਿੱਦਾਂ ਕਿ ਲੁੱਤੀਆਂ ਲਾ ਕੇ ਫਿਰ ਅੱਗੇ ਮੁਕੱਦਮੇ ਚਲਾ ਦੇਣੇ ਤੇ ਉਹਨਾਂ ਨੂੰ ਖ਼ਤਮ ਕਰ ਦੇਣਾ। ਇਹ ਝੂਠ ਦੇ ਉੱਤੇ ਜਿਹੜਾ ਸਾਰਾ ਕੁਛ ਰੱਖ ਕੇ ਤੇ ਬੰਦਿਆਂ ਨੂੰ ਖ਼ਤਮ ਕਰਨਾ, ਇਹ ਮੁੱਢੋਂ ਤੋਂ ਹੁੰਦੀਆਂ ਆਈਆਂ ਨੇ ਚੀਜ਼ਾਂ। ਤੁਸੀਂ ਆਪਣੇ ਇਹਦੀ ਕੈਦੋਂ ਦੀ ਲਾ ਲਓ। ਕੈਦੋਂ ਤੇ ਮਲਕੀ ਨੂੰ ਜਾ ਕੇ ਉਹਨੇ ਬੋਲਿਆ ਜੋ ਹੀਰ ਦੇ ਅਗੇਂਸਟ, ਤੇ ਹੀਰ ਦੀ ਕੀ ਹਾਲਤ ਹੋਈ ਆ। ਰਾਜੇ ਅਸ਼ੋਕ ਨੇ ਵੀ ਇਸੇ ਤਰ੍ਹਾਂ ਹੀ ਆਪਣੀ ਜਨਾਨੀ ਦੇ ਕਹਿਣ ਦੇ ਉੱਤੇ ਆਪਣੇ ਖੁਦ ਪੁੱਤਰ ਰਾਹੁਲ ਦੀਆਂ ਅੱਖਾਂ ਕਢਵਾ ਦਿੱਤੀਆਂ ਸੀ, ਅੰਨਾ ਕਰ ਦਿੱਤਾ ਸੀ। ਬਹੁਤ ਮਸ਼ਹੂਰ ਹੈ, ਬਿਲਕੁਲ। ਆਪਣੇ ਵੈਸਟ ਦੇ ਕਲਚਰ ਦੇ ਵਿੱਚ ਦੇਖੋ ਤੇ ਔਰਤਾਂ ਦੇ ਅਗੇਂਸਟ ਕਿਵੇਂ ਝੂਠੇ ਇਲਜ਼ਾਮਾਤ ਲਾ ਕੇ ਉਹਨਾਂ ਨੂੰ
ਵਿਚਿਸ ਕਹਿ ਕੇ ਮਾਰਨਾ ਤੇ ਸਾੜਨੇ ਦਾ ਕੰਮ ਜਿਹੜਾ ਹੁੰਦਾ ਰਿਹਾ, ਉਹ ਝੂਠੀਆਂ ਲੁੱਤੀਆਂ ਤੇ ਝੂਠੇ ਕੇਸਾਂ ਨੂੰ ਬਣਾਉਣ ਦੀ ਗੱਲ ਹੀ ਹੈ ਨਾ। ਇਹ ਤਾਂ ਅੱਜ ਵੀ ਹੋ ਰਿਹਾ। ਹਾਂ ਤੁਸੀਂ ਬਿਲਕੁਲ ਤਾਂ ਲਾਇਰ ਹੋ, ਦੋ ਬੰਦੇ ਬੜਾ ਲਾਇਰ ਅੱਛਾ। ਬੈਠੇ ਨੇ ਕਿ ਕਿਵੇਂ ਹਾਂ ਜੀ। ਝੂਠੇ ਐਵੀਡੈਂਸ, ਝੂਠੀਆਂ ਲੁੱਤੀਆਂ ਲਾ ਕੇ ਲੋਕੀ ਮੁਕੱਦਮੇ ਤੇ ਲੋਕਾਂ ਨੂੰ ਪਾਸੇ ਕੀਤਾ ਜਾਂਦਾ। ਇਹ ਪੂਰਨ ਨਾਲ ਵੀ ਉਹੀ ਹੋ ਰਿਹਾ, ਕੋਈ ਨਵੀਂ ਗੱਲ ਨਹੀਂ ਹੋ ਰਹੀ। ਔਰ ਮੈਂ ਅੱਗੇ ਜੋ ਗੱਲ ਕਰਨਾ ਚਾਹੁੰਦਾ ਸੀ ਕਿ ਕਾਦਰ ਯਾਰ ਚੜ੍ਹਿਆ ਦਿਨ ਸੁੱਖ ਦਾ ਜੀ। ਮੈਂ ਇਸ ਤਰ੍ਹਾਂ ਦੇਖ ਰਿਹਾ ਸੀ ਕਿ ਰਾਜੇ ਬੈਠ ਚੌਂਕੀ ਇਸ਼ਨਾਨ ਕੀਤਾ ਕਿ ਸਾਰੀ ਰਾਤ ਉਹ ਡਿਸੀਜਨ ਮੇਕਿੰਗ ਦੇ ਵਿੱਚ ਸਟਰਗਲ ਕਰਦਾ ਰਿਹਾ। ਸਵੇਰ ਤੱਕ ਉਹਨੇ ਆਪਣਾ ਡਿਸੀਜਨ ਬਣਾ ਰਿਹਾ। ਹੀ ਇਜ਼ ਡਿਸਾਈਡਡ ਨਾ। ਹੁਣ ਉਹਦੇ ਲਈ ਇੱਕ ਕਿਸਮ ਦਾ ਰਿਲੀਫ ਆ ਗਿਆ, ਸੁੱਖ ਆ ਗਿਆ, ਜਿਸ ਕਰਕੇ ਹੁਣ ਉਹਨੇ ਚੌਂਕੀ ਤੇ ਇਸ਼ਨਾਨ ਕਰਨਾ। ਇਸ਼ਨਾਨ ਕਰਨੇ ਦਾ ਨਹਾਉਣਾ ਮਤਲਬ ਨਹੀਂ, ਇਹਦਾ ਮਤਲਬ ਹੈ ਕਿ ਉਹ ਆਪਣਾ ਪੁਰਾਣਾ ਸਭ ਕੁਝ ਛੱਡ ਕੇ, ਜੋ ਵੀ ਵਿਪਤਾ ਸੀ, ਜੋ ਡਿਸੀਜਨ ਮੇਕਿੰਗ ਸੀ, ਉਹ ਹੁਣ ਇੱਕ ਨਵੇਂ ਕਿਸਮ ਦਾ ਰਾਜਾ ਬਣ ਰਿਹਾ। ਨਿਆਂ ਕਰਨਾ ਉਹਨੇ ਐਥੀਕਲ ਮੋਰੈਲਿਟੀ ਦੇ ਹਿਸਾਬ ਜੋ ਉਹ ਸਮਝਦਾ ਸੀ, ਇੱਕ ਕਿਸਮ ਦਾ ਉਹਨੇ ਤਹਈਆ ਕਰ ਲਿਆ ਕਿ ਮੈਂ ਹੁਣ ਆਹ ਕਰਨਾ। ਦਿਸ ਇਜ਼ ਵਾਟ ਆਈ ਐਮ ਗੋਇੰਗ ਟੂ ਡਿਸਾਈਡ, ਦਿਸ ਇਜ਼ ਵਾਟ ਆਈ ਐਮ ਗੋਇੰਗ ਟੂ ਡੂ। ਉਹਦੇ ਲਈ ਇੱਕ ਨਵਾਂ ਦਿਨ ਚੜ੍ਹਿਆ, ਨਵੀਂ ਉਹਦੀ ਇੱਕ ਸੋਚ ਆਈ ਆ, ਭਾਵੇਂ ਗਲਤ ਹੈ ਜਾਂ ਠੀਕ ਹੈ। ਹੀ ਉਹਨੇ ਚੌਂਕੀ ਤੇ ਬੈਠ ਕੇ ਇਸ਼ਨਾਨ ਕੀਤਾ, ਮਤਲਬ ਉਹਦੀ ਇੱਕ ਨਵੀਂ ਰੀਡਿਸੀਜਨ ਔਰ ਨਵੀਂ ਹੋਂਦ ਆਈ ਆ ਕਿ ਆਪਣੇ ਹੀ ਪੁੱਤ ਦੇ ਅਗੇਂਸਟ ਉਹਨੇ ਡਿਸੀਜਨ ਜੋ ਕਰ ਲਿਆ, ਭਾਵੇਂ ਉਹ ਐਥੀਕਲ ਆ ਜਾਂ ਮੋਰਲ ਹੈ, ਉਹਨੇ ਉਹ ਨਵਾਂ ਰਾਜਾ ਬਣਿਆ ਇੱਕ ਕਿਸਮ ਦਾ। ਹੁਣ ਇਸ ਵੇਲੇ ਮੈਂ ਥੋੜਾ ਇਸ ਤਰ੍ਹਾਂ ਦੇਖ ਰਿਹਾ ਸੀ। ਠੀਕ। ਨਾਲਿਸ਼ ਦਿੱਤਿਆ ਜਿਹਦੇ ਮੈਂ ਕਲੀਅਰ ਕਰ ਦੇਣਾ ਕਿ ਨਾਲਿਸ਼ ਹੁੰਦਾ ਹੈ ਨਾਲਿਸ਼ ਕਰਨਾ। ਇਟਸ ਅ ਪਰਸ਼ੀਅਨ ਵਰਡ। ਜ਼ੁਬੈਰ ਸਾਹਿਬ ਕਰੈਕਟ ਕਰਨਾ ਅਗਰ ਮੈਂ ਗਲਤ ਬੋਲਾਂ ਤੇ। ਠੀਕ ਹੈ, ਠੀਕ। ਪੁਰਾਣੇ ਵਕਤਾਂ 'ਚ ਉਹ ਸਾਡੇ ਵੱਡੇ ਵੀ ਕਹਿੰਦੇ ਸਨ ਉਹਨੇ ਨਾਲਿਸ਼ ਕਰ ਦਿੱਤੀ, ਯਾਨੀ ਉਹਨੇ ਸੂਟ ਫਾਈਲ ਕਰ ਦਿੱਤਾ ਮੇਰੇ ਅਗੇਂਸਟ ਨਾ। ਓਕੇ, ਠੀਕ ਹੈ ਜੀ। ਫਾਈਲ ਕਰ ਦਿੱਤੀ ਹੈ। ਸੋ ਨਾਲਿਸ਼ਾਂ ਸ਼ਹਿਰ ਵੀਰਾਨ ਕੀਤਾ। ਇੱਥੋਂ ਮੈਨੂੰ ਸਮਝ ਆਈ ਹੈ ਕਿ ਚੁੱਕੇ ਅਦਾਲਤਾਂ 'ਚ ਜਿਹੜੀਆਂ ਨਾਲਿਸ਼ਾਂ ਹੁੰਦੀਆਂ ਉਹਨਾਂ ਦੀ ਮੈਜੋਰਿਟੀ ਜਿਹੜੀ ਹੈ ਇਟ ਇਜ਼ ਬੇਸਡ ਔਨ ਲਾਈਜ਼ ਐਂਡ ਫਾਲਸ ਐਕਿਊਜ਼ੇਸ਼ਨਸ। ਠੀਕ ਹੈ। ਉਹਦੀ ਵਜ੍ਹਾ ਨਾਲ ਕੀ ਹੁੰਦਾ ਵੇ, ਸ਼ਹਿਰ ਵੀਰਾਨ ਹੋ ਜਾਂਦੇ, ਲੋਕੀ ਆਪਣੀਆਂ ਜਾਇਦਾਦਾਂ ਪ੍ਰਾਪਰਟੀਆਂ ਗਵਾ ਕੇ ਤੇ ਉੱਥੋਂ ਨਿਕਲ ਜਾਂਦੇ ਨੇ ਤੇ ਸ਼ਹਿਰ ਵੀਰਾਨ ਹੋ ਜਾਂਦੇ ਨੇ। ਇਸ ਤਰ੍ਹਾਂ ਮੈਂ ਕਨੈਕਟ ਕੀਤਾ ਬੀਇੰਗ a lawyer with the background. Now I understand it better. ਮੈਨੂੰ ਹੁਣ ਬੈਟਰ ਆ ਗਿਆ ਜੀ, ਅਦਰਵਾਈਜ਼ ਨਹੀਂ ਪਤਾ ਚੱਲ ਰਿਹਾ ਸੀ। ਨਹੀਂ, ਉਹ ਮੈਂ ਚਾਹਨਾ ਸਾਂ ਕਿ ਤੁਸੀਂ ਨਾਲਿਸ਼ਾਂ ਨਾਲ, ਕਿਉਂਕਿ ਇਹ ਪਿਓਰ ਪਰਸ਼ੀਅਨ ਵਰਡ ਹੈ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਲੋਕ ਪੈਸੇ ਖਰਚ ਕਰਕੇ ਆਪਣੀ ਪ੍ਰਾਪਰਟੀਆਂ ਤਬਾਹ ਕਰ ਦਿੰਦੇ ਨੇ ਮੁਕੱਦਮਿਆਂ ਦੇ ਪਿੱਛੇ। ਹਾਂਜੀ, ਤੇ ਵਕੀਲਾਂ ਤੇ ਸ਼ਿਫਟ ਹੋ ਜਾਂਦੇ ਨੇ। ਵਕੀਲਾਂ ਨੂੰ ਤਾਂ 2-4 ਏਦਾਂ ਦੇ ਕਲਾਇੰਟਸ ਮਿਲ ਜਾਣ ਤਾਂ ਅੱਛਾ ਸਫ਼ਰ ਕੱਟ ਜਾਂਦਾ ਹੈ ਜੀ। ਹਾਂਜੀ, ਤੇ ਬਾਕੀ ਅਲਖ ਤੋਂ ਮੈਨੂੰ ਯਾਦ ਹੈ ਡਾਕਟਰ ਸਾਹਿਬ, ਉਹ ਹੀਰਾਂ ਦੇ ਵਿੱਚ ਅਲਖ ਨਿਰੰਜਨ ਵੀ ਕਹਿੰਦੇ ਨਾ, ਅਲਖ ਨਿਰੰਜਨ, ਅਲਖ ਜਗਾਣਾ। ਜਦੋਂ ਜੋਗੀ ਬਣਦਾ ਉਦੋਂ। ਜੀ ਜੀ, ਹਾਂਜੀ। ਤੇ ਅਲਖ ਅਲਖ ਤੇ ਹੋ ਗਿਆ ਨਾ ਕਿ ਸਮਥਿੰਗ ਦੈਟ ਇਜ਼ ਇਨਵਿਜ਼ੀਬਲ, ਫਾਰਮਲੈਸ, ਅਲਕਸ਼। ਤੇ ਨਿਰੰਜਨ ਦਾ ਕੀ ਮਤਲਬ ਹੁੰਦਾ ਹੈ ਅਗਰ ਮੈਂ ਇਕੱਠਿਆਂ ਜੋੜਨ ਦੀ ਕੋਸ਼ਿਸ਼ ਕਰਾਂ ਉਹਨੂੰ? ਨਿਰੰਜਨ, ਹਾਂਜੀ, ਸੁਣਿਆ ਤੁਸੀਂ ਲਫ਼ਜ਼ ਪਹਿਲੇ? ਉਹ ਸਾਹਮਣੇ ਆਏ ਤੇ ਫੇਰ ਹੀ ਹੈ। ਠੀਕ ਹੈ, ਠੀਕ ਹੈ। ਕੁਝ ਕਹਿ ਨਹੀਂ ਸਕਦੇ। ਅੱਗੇ ਲਫ਼ਜ਼ ਮੈਂ ਸੁਣਿਆ ਹੈ, ਲੇਕਿਨ ਹੁਣ ਮੈਨੂੰ ਯਾਦ ਨਹੀਂ ਆ ਰਿਹਾ। ਸੈਯਦ ਸਾਹਿਬ ਜੀ, ਇਫ ਆਈ ਕੈਨ ਜਸਟ ਐਡ ਵਨ ਵਰਡ, ਅਲਖ ਔਰ ਜਿਹੜਾ ਦੂਜਾ ਪੰਜਾਬੀ ਵਰਡ ਹੈ ਕਿ ਜਿਹੜਾ ਲਖਿਆ ਨਾ ਜਾ ਸਕੇ, ਜਿਹੜਾ ਸਮਝਿਆ ਨਾ ਜਾ ਸਕੇ, ਮੇਬੀ ਅਲਖ ਐਂਡ ਅਲਖ ਦਾ ਇਹ ਵੀ ਕਨੈਕਸ਼ਨ ਹੈ। ਐਂਡ ਨਿਰੰਜਨ ਬੇਸਿਕਲੀ ਇਜ਼ ਗੋਡ। This is my rough understanding. So Alakh Niranjan means Dakhan na samjhan wala Rab. Baki Amarjeet ji would know better. मतलब I'm as a layman जो थोड़ी बहुत ਕਾਫੀ ਲਫ਼ਜ਼ ਨਾ ਸਾਡੇ 9 ਲੱਖਾ ਚੌਂਕ ਤੇ ਸੁਣਿਆ ਤੁਸੀਂ ਸਹੀ ਸਾਹਿਬ? ਹਾਂਜੀ, ਇਹ ਜਿਹੜਾ 9 ਲੱਖਾ ਚੌਂਕ ਹੈ ਸਟੇਸ਼ਨ ਦੇ ਕੋਲ, ਇਹ ਵੀ ਇਹਦੇ ਚ ਵੀ ਅਲੱਖ ਹੈਗਾ। ਉਹ 9 ਲੱਖ ਬਣਾਤਾ ਹੈ, ਲੇਕਿਨ ਲੱਖ ਦੇ ਵਿੱਚ ਵੀ ਛੁਪਿਆ ਹੈ। ਠੀਕ। ਤੇ ਇਹ ਸਾਡੀ ਜ਼ੁਬਾਨ 'ਚ ਸੀ, ਨਾਨਕ ਨੇ ਬਹੁਤ ਵਰਤਿਆ ਲਫ਼ਜ਼। ਜਿਹੜਾ ਨਾਨਕ ਹੈ ਨਾ, ਉਹਨਾਂ ਨੇ ਬਹੁਤ ਵਰਤਿਆ, ਬਾਬੇ ਨਾਨਕ। ਜ਼ੁਬੈਰ ਸਾਹਿਬ, ਇੱਕ ਲਾਈਨ ਦੀ ਮੈਂ ਕਲੈਰਿਟੀ ਚਾਹਨਾ ਸਾਂ ਕਿ ਜਿਸ ਦੀ ਮਾਂ ਐਸਾ ਫਰਮਾਨ ਕੀਤਾ, ਇਹ ਮੈਂ ਕਨੈਕਟ ਨਹੀਂ ਕਰ ਸਕ ਰਿਹਾ। ਮੈਂ ਪੂਰਨ ਨਾਲ ਅਵਲੜੀ ਹੋਣ ਲੱਗੀ, ਠੀਕ ਹੈ, ਉਹ ਪੂਰਨ ਨਾਲ ਕੋਈ ਅਵਲੜੀ ਨਹੀਂ ਹੋਣ ਲੱਗੀ, ਜਿਵੇਂ ਇਹਨਾਂ ਨੇ ਕਿਹਾ ਮਜੀਦ ਤਰ੍ਹਾਂ ਨੇ, ਜਿਸ ਦੀ ਮਾਂ ਐਸਾ ਫਰਮਾਨ ਕੀਤਾ। ਮੈਂ ਕਨੈਕਟ ਕਰਨਾ ਚਾਹ ਰਿਹਾ, ਇਹ ਕਿਹੜੀ ਐਸੀ ਗੱਲ
ਉਹਦੀ ਮਾਂ ਨੇ ਕੀਤੀ ਹੈ ਕਿ ਉਹਦੇ ਨਾਲ ਐਸਾ ਅਨੋਖਾ ਹੋਣ ਲੱਗਾ। ਇਹ ਮਾਂ ਦਾ ਰੈਫਰੈਂਸ ਹੈਗਾ ਵੇ ਉਹਦੇ ਵੱਲ, ਲੂਣਾ ਵੱਲ, ਕਿਉਂਕਿ ਲੂਣਾ ਵੀ ਤਾਂ ਉਹਦੀ ਮਾਂ ਹੀ ਹੈ ਨਾ, ਕਿਉਂਕਿ ਉਹਦੀ ਮਾਂ ਦੇ ਕਹਿਣ ਤੇ ਰਾਜਾਂ 'ਚ ਕਰਦਾ ਪਿਆ। ਲੂਣਾ ਦੀ ਗੱਲ ਹੋ ਰਹੀ ਹੈ, ਲੇਕਿਨ ਬਸ ਉਹ ਇਸ਼ਾਰਾ ਕਰ ਰਿਹਾ ਹੈ ਕਾਦਰ ਕੇ ਅਵਲੜਾ ਹੋਣ ਜਾ ਰਿਹਾ ਉਹਦੇ ਨਾਲ, ਅਵਲੜੀ ਜਾਂ ਜਿਸ ਤਰ੍ਹਾਂ ਉਹਨਾਂ ਨੇ ਅਮਰਜੀਤ ਨੇ ਵੀ ਇੱਕ ਲਫ਼ਜ਼ ਉਹ ਕਿਹੜਾ ਲਫ਼ਜ਼ ਤੁਹਾਡੇ ਕਿਹੜਾ ਹੈ? ਅਵਲੀ। ਅਵਲੀ ਕੀ ਹੋਣ ਲੱਗੀ? ਜਿਸ ਦੀ ਮਾਂ ਨੇ ਇਸ ਤਰ੍ਹਾਂ ਦੇ ਬੋਲ ਬੋਲੇ ਹੋਣ, ਉਹਦੇ ਨਾਲ ਹੁਣ ਪੂਰਨ ਦੀ ਜੋ ਹਾਲਤ ਕੋਈ ਅਲੱਗ ਨਹੀਂ ਦੂਜਿਆਂ ਨਾਲ ਹੋਣੀ, ਜੋ ਹੁੰਦੀ ਆਈ ਉਹ ਉਸੇ ਤਰ੍ਹਾਂ ਹੀ ਹੋਏਗੀ। ਅੱਛਾ, ਦੂਸਰੀ ਗੱਲ ਐਸੀ ਕਿ ਜਿਹੜਾ ਇਸ਼ਨਾਨ ਦੀ ਗੱਲ ਹੋਈ ਹੈ, ਇਸ਼ਨਾਨ ਵੱਲ ਮੇਰਾ ਰੈਫਰੈਂਸ ਗਿਆ ਵੇ, ਕਰੈਕਟ ਮੀ ਇਫ ਆਮ ਰੋਂਗ, ਮੇਰਾ ਕਿ ਉਸ ਸਾਰੀ ਰਾਤ ਤੇ ਹੀ ਵਾਸ ਕਨਫਿਊਜ਼ਡ ਬਿਟਵੀਨ ਯੈਸ ਐਂਡ ਨੋ ਨਾ, ਤੇ ਸਵੇਰ ਤੱਕ ਉਹਨੇ ਕਲੈਰਿਟੀ ਆ ਗਈ ਤੇ ਇਸ਼ਨਾਨ ਕਰ ਲਿਆ, ਵਿਚ ਇਜ਼ ਮੈਟਾਫੋਰਿਕਲੀ ਕਿ ਹੁਣ ਨਾਓ he has waken up with a clear mind as to what decision he's going to make, ਉਹਨੇ ਹੁਣ ਕੀ ਫੈਸਲਾ ਕਰਨਾ ਹੈ। ਇਸ਼ਨਾਨ ਤੋਂ ਮੇਰਾ ਖਿਆਲ ਸ਼ਾਇਦ ਰੈਫਰੈਂਸ ਹੈਗਾ ਵੇ ਕਿ ਉਹਨੇ ਜਿਹੜੀ ਸੀ ਲੂਣਾ ਉਹਦੇ ਨਾਲ ਰਾਤ ਬਿਤਾਈ, ਔਰ ਜਿਵੇਂ ਵਾਰਿਸ਼ਾ ਜੋ ਕਹਿੰਦੇ ਨਾ ਕਿ ਉਹ ਭੱਜ ਦੌੜੇ ਮੁਸਾਫਿਰ ਸੇਜਾ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੇ, ਮੇਰਾ ਉਧਰ ਰੈਫਰੈਂਸ ਗਿਆ ਸੀ ਕਿ ਸ਼ਾਇਦ ਉਹ ਜਿਹੜੀ ਕਲੈਰਿਟੀ ਹੈ ਤੇ ਜਿਹੜਾ ਉਹਦਾ ਰਾਤ ਨੂੰ ਰਾਤ ਗੁਜ਼ਾਰਨਾ ਹੈ ਉਹਦੇ ਨਾਲ ਲੂਣਾ ਦੇ ਨਾਲ, ਉਹ ਇੱਕ ਉਹਦਾ ਜਿਹੜਾ ਰਿਲੇਸ਼ਨਸ਼ਿਪ ਹੁੰਦਾ ਹੈ, ਉਧਰ ਵੀ ਸ਼ਾਇਦ ਰੈਫਰੈਂਸ ਹੈ ਕਿ ਸੁਬਹ ਉੱਠ ਕੇ ਜਿਹੜਾ ਨਹਾਉਂਦਾ ਪਿਆ, ਇਹ ਵੀ ਇੱਕ ਰੈਫਰੈਂਸ ਹੁੰਦਾ ਨਾ ਕਿ ਸੁਬਹ ਉੱਠ ਕੇ ਨਹਾਣਾ ਮੀਆਂ ਬੀਵੀ ਦਾ, ਉਹ ਵੀ ਮੇਰਾ ਸ਼ਾਇਦ ਉਧਰ ਇੱਕ ਰੈਫਰੈਂਸ ਸੀ ਕਿ ਉਹਨੇ ਰਾਤ ਨੂੰ ਉਹਨੂੰ ਕਾਫੀ ਠੰਡਾ ਕੀਤਾ, ਕਲੀਅਰ ਕੀਤਾ ਕਿਉਂਕਿ ਉਹ ਡਿਸਟਰਬ ਸੀ, ਤੇ ਜਿਵੇਂ ਕਿ ਮੇਰਾ ਇਸ਼ਾਰਾ ਸੀ, ਮੇਰਾ ਖਿਆਲ ਸੀ। ਠੀਕ, ਬਸ ਮੈਂ ਥੋੜਾ ਜਿਹਾ ਕਿਸ਼ੋਰ ਜੀ ਕੋਈ ਗੱਲਬਾਤ ਕਰਾ ਲਈਏ। ਨਹੀਂ ਜਾਰੀ ਰੱਖੋ ਜੀ, ਹੁਣ ਅੱਗੇ ਟੁਰਨੇ ਆ। ਮੈਂ ਸਾਰੀ ਚੀਜ਼ਾਂ ਕਵਰ ਹੋਈ ਗਿਆ, ਪਰ ਇਹ ਜਿਹੜੀ ਇੱਕ ਲਾਈਨ ਹੀ ਨਾ, ਅੱਗੇ ਕਈਆਂ ਦਾ ਅਲੱਖ ਜਹਾਨ ਕੀਤਾ, ਇਹ ਬਹੁਤ ਸੋਚਣ ਵਾਲੀ ਲਾਈਨ ਹੈ। ਠੀਕ ਹੈ, ਚਲੋ ਜੀ ਆਪਣੇ ਅਗਲਾ ਬੰਦ ਪੜੋ ਜੀ। ਕੌਣ ਸਾ ਪੜਨਗੇ ਜੀ? ਤੁਸੀਂ ਪੜ੍ਹ ਲਓ ਕਿਸ਼ੋਰ ਜੀ। ਕਿਸ਼ੋਰ ਜੀ ਪੜੋ ਜੀ। ਮੈਂ ਪੜ੍ਹਨੀ ਆ। ਰਾਜੇ ਦਾ ਪੂਰਨ ਨੂੰ ਬੁਲਾ ਭੇਜਣਾ। ਅਲਫ ਆਖਦਾ ਸਦ ਕੇ ਚੌਬਦਾਰਾਂ, ਜਾਓ ਪੂਰਨ ਨੂੰ ਜਬ ਬੁਲਾਇਓ ਜੇ, ਜਬ ਜਾਓ ਸ਼ਤਾਬ ਨਾ ਢਿੱਲ ਲਾਓ, ਨਾਲ ਸਦ ਵਜ਼ੀਰ ਲਿਆਓ ਜੇ, ਵਹਿੰਦਾ ਗਾਲੀਆਂ ਦੋਹਾਂ ਨੂੰ ਕਰੋ ਹਾਜ਼ਿਰ, ਕਿਸੇ ਹੀਲੜੇ ਛੱਡ ਨਾ ਆਇਓ ਜੇ, ਕਾਦਰ ਯਾਰ ਜੇ ਪੁੱਛ ਸੀ ਕਮ ਅੱਗੋਂ, ਰਾਜੇ ਸਦਿਆ ਇਹ ਫਰਮਾਇਓ ਜੀ। ਅਗਲਾ ਬੰਦ ਵੀ ਪੜ੍ਹ ਲੈਣੇ ਅਸੀਂ ਸਹੀਦ ਸਾਹਿਬ, ਤੇ ਇਕੱਠੀ ਗੱਲ ਕਰ ਲੈਣੇ ਦੋਵਾਂ ਤੇ, ਕਿਉਂਕਿ ਆਸਾਨ ਹੀ ਹੈ। ਹਾਂ ਜੀ, ਆਪਣੇ ਅਦਿੱਤਿਆ ਜੀ ਤੁਸੀਂ ਪੜ੍ਹ ਦਿਓ ਬੰਦ ਅਗਲਾ। ਜੀ ਸਰ, ਮੈਂ ਕਰ ਦਿੰਦਾ ਜੀ। ਇਹ ਯਾਦ ਕੀਤਾ ਰਾਜੇ ਬਾਪ ਤੈਨੂੰ, ਹੱਥ ਬੰਨ ਕੇ ਆਖਿਆ ਚੌਬਦਾਰਾਂ, ਸੁਣੀ ਗੱਲ ਤੇ ਦਿਲ ਨੂੰ ਸੁੱਝ ਗਈਸ, ਜਿਹੜੇ ਗਾਉਂਦੀ ਸੀ ਕੱਲ ਮਾਂ ਵਾਰਾਂ, ਜਿਸ ਕੰਮ ਨੂੰ ਰਾਜੇ ਯਾਦ ਕੀਤਾ, ਰਾਗ ਵੱਜਿਆ ਤੇ ਬੁਝ ਗਈਆਂ ਤਾਰਾਂ, ਕਾਦਰ ਯਾਰ ਮੀਆਂ ਤੁਰ ਪਿਆ ਪੂਰਨ, ਆਨ ਕਰਦਾ ਹੈ ਬਾਪ ਨੂੰ ਨਮਸਕਾਰਾਂ। ਰਾਜੇ ਦਾ ਪੂਰਨ ਨੂੰ ਬੁਲਾ ਭੇਜਣਾ। ਹੁਣ ਇਸ਼ਨਾਨ ਉਹਨੇ ਕਰ ਲਿਆ, ਸੁੱਖ ਦਾ ਦਿਨ ਚੜ ਗਿਆ, ਹੁਣ ਉਹਨੇ ਰਾਜੇ ਨੂੰ ਬੁਲਾਇਆ। ਅਲਫ ਆਖਦਾ ਸਦ ਕੇ ਚੌਬਦਾਰਾਂ ਜਿਹੜੇ ਉਹ ਪਹਿਰੇਦਾਰ ਨੇ, ਜਾਓ ਪੂਰਨ ਨੂੰ ਜਬ ਬੁਲਾਇਓ ਜੇ, ਜਬ ਮੈਨੇ ਫੌਰਨ ਐਟ ਵਾਂਸ, ਜਬ ਜਾਓ ਸ਼ਤਾਬ ਨਾ ਢਿੱਲ ਲਾਓ, ਜਬ ਦੇ ਜਾਓ ਛੇਤੀ ਛੇਤੀ ਜਾਓ, ਔਰ ਫੌਰਨ ਹੀ ਸ਼ਤਾਬ ਮੈਨੇ ਜਲਦੀ ਉਹਨੂੰ ਲੈ ਕੇ ਆਓ, ਢਿੱਲ ਨਾ ਕਰੋ, ਨਾਲ ਸਦ ਵਜ਼ੀਰ ਲਿਆਇਓ ਜੇ, ਯਾਨੀ ਕਿ ਪੂਰਾ ਉਹ ਆਪਣਾ ਜਿਹੜੇ ਅਸਿਸਟੈਂਟ ਵਜ਼ੀਰ ਹੈ ਜਿਨ੍ਹਾਂ ਨਾਲ ਮਸ਼ਵਰਾ ਕਰਦਾ ਹੋਏਗਾ, ਉਹ ਪੂਰਾ ਦਰਬਾਰ ਹਾਜ਼ਰ ਕਰ ਰਿਹਾ, ਦੇਂਦਾ ਗਾਲੀਆਂ ਦੋਵਾਂ ਨੂੰ ਕਰੋ ਹਾਜ਼ਰ, ਕਿਸੇ ਹੇਲੜੇ ਛੱਡ ਨਾ ਆਇਓ ਜੇ, ਇਹ ਗਾਲੀਆਂ ਦੇ ਰਿਹਾ ਔਰ ਕਹਿ ਰਿਹਾ ਕਿਸੇ ਬਹਾਨੇ ਵੀ ਉਹਨਾਂ ਨੂੰ ਛੱਡ ਕੇ ਨਹੀਂ ਆਣਾ, ਕਾਦਰ ਯਾਰ ਜੇ ਪੁੱਛ ਸੀ ਕੰਮ ਅੱਗੋਂ, ਰਾਜੇ ਸਦਿਆ ਐ ਫਰਮਾਇਓ ਜੇ, ਇਹ ਯਾਦ ਕੀਤਾ ਰਾਜੇ ਬਾਪ ਤੈਨੂੰ, ਹੱਥ ਬਣ ਕੇ ਆਖਿਆ ਚੌਬਦਾਰਾਂ, ਸੁਣੀ ਗੱਲ ਤੇ ਦਿਲ ਨੂੰ ਸੁੱਝ ਗਏ ਉਸ, ਜਿਹੜੀ ਗਾਉਂਦੀ ਸੀ ਕੱਲ ਮਾਂ ਵਾਰਾ। ਇਹ ਲੈਣ ਹੈ, ਉਹਨੇ ਸੁਣਿਆ ਜਦੋਂ ਰਾਜੇ ਨੇ ਮੈਨੂੰ ਬੁਲਾਇਆ,
ਫੌਰਨ ਸਮਝ ਗਿਆ ਕਿ ਮੇਰੇ ਨਾਲ ਕੀ ਹੋਣ ਜਾ ਰਹੀ ਹੈ। ਇਹ ਜਿਹੜੀ ਸੈਂਸ ਹੈ, ਸੈਂਸ ਆਫ ਅੰਡਰਸਟੈਂਡਿੰਗ ਔਰ ਮਾਮਲਾਤ ਦੀ, ਸਿਚੁਏਸ਼ਨ ਦੀ, ਔਰ ਇਹ ਕਿ ਮੇਰੇ ਨਾਲ ਕੁਛ ਸਿਰਫ ਉਹਨਾਂ ਦੇ ਇਨਵੀਟੇਸ਼ਨ ਤੇ ਸਮਝ ਗਿਆ। ਇਹ ਥੋੜੀ ਜੀ ਜਿਹੜੇ ਟਿਚਕਰ ਹੈਗੀ ਹੈ ਇਸ ਲਾਈਨ ਦੇ ਵਿੱਚ, ਥੋੜਾ ਜਿਹਾ ਉਹਨਾਂ ਨੇ ਟਵਿਸਟ ਕੀਤਾ। ਜਿਹੜੀ ਗਾਉਂਦੀ ਸੀ ਕੱਲ ਮਾਓ ਵਾਰਾਂ, ਵਾਰ ਹੁੰਦੀ ਹੈ ਜਿਹੜੇ ਲੰਬੀ ਨਜ਼ਮਾਂ ਜਿਹੜੇ ਨੇ ਉਹ ਗਾਉਂਦੇ ਨੇ। ਵਾਰ ਵੂਰ ਤਾਂ ਕੋਈ ਨਹੀਂ ਗਾਈ ਉਹਨੇ, ਲੂਣਾ ਨੇ। ਇਹ ਉਹਨੂੰ ਇੱਕ ਛੇੜ ਕੇ ਗੱਲ ਕਰ ਰਿਹਾ ਕਿ ਉਹ ਜਿਹੜੇ ਬੜੇ ਗਾਣੇ ਸੁਣਾ ਰਹੀ ਸੀ, ਜਿਹੜੇ ਬੜੇ ਮੈਨੂੰ ਰਾਗ ਸੁਣਾ ਰਹੀ ਸੀ, ਬੜੀਆਂ ਨਜ਼ਮਾਂ ਸੁਣਾ ਰਹੀ ਸੀ, ਜਿਹੜੀ ਗੱਲ ਨੂੰ ਸੱਦਿਆ ਬਾਪ ਮੈਨੂੰ, ਰਾਗ ਵਜਿਆ ਤੇ ਲਈਆਂ ਬੁੱਝ ਤਾਰਾਂ। ਵਾਹ, ਬੜਾ ਸੋਹਣੀ ਲਾਈਨ ਹੈ, ਕਮਾਲ ਲਾਈਨ ਹੈ। ਇਹਦੇ ਚ ਬੜੀ ਡਿਟੇਲ ਵੀ ਉਹਨਾਂ ਨੇ ਦਿੱਤੀ ਹੈ ਕਿ ਇਹ ਜਿਹੜਾ ਬਹੁਤ ਸਿਆਣੇ ਹੁੰਦੇ ਨੇ ਮਿਊਜ਼ਿਕ ਦੇ, ਉਹਨਾਂ ਨੂੰ ਇਹ ਪਤਾ ਹੁੰਦਾ ਕਿ ਉਹ ਪਹਿਲਾਂ ਹੀ ਉਹ ਜਦੋਂ ਆਵਾਜ਼ ਲਾਉਂਦੇ ਨੇ ਉੱਤੇ ਬੁੱਝ ਲੈਂਦੇ ਨੇ ਜੀ ਰਾਗ ਕਿਹੜਾ ਹੈਗਾ। ਇਹ ਵੀ ਇੱਕ ਰਿਆਜ਼ਤ ਹੈ, ਕਮਾਲ ਹੈ। ਤੇ ਉਹ ਕਹਿੰਦੇ ਹੈ ਕਿ ਜਿਹੜੀ ਇਹਨੇ ਤਾਰਾਂ ਉੱਤੇ ਕੀ ਹੈ, ਬੁੱਝੀਆਂ ਗਈਆਂ ਤਾਰਾਂ। ਪੁਰਾਣੇ ਮੁਹਾਵਰਾ ਕਹਿੰਦਾ ਇਹ ਵੀ ਹੈਗਾ, ਤਾਨਤ ਬਾਜੀ ਰਾਗ ਬੂਝਾ। ਇਹ ਕਹਿੰਦਾ ਸੀ ਕਿ ਤਾਨ ਵਜਿਆ ਤੇ ਰਾਗ ਬੁੱਝਿਆ ਗਿਆ। ਇਸ ਤਰ੍ਹਾਂ ਇਹ ਥੋੜੀ ਜਿਹੀ ਕਹਿੰਦਾ ਕਿ ਇਹਦੇ ਵਿੱਚ ਉਹ ਗੱਲ ਵੀ ਛੁਪੀ ਹੋਈ ਹੈ, ਉਹ ਈਡੀਅਮ ਜਿਹੜਾ ਹੈ, ਤਾਨਤ ਬਾਜੀ ਰਾਗ ਬੂਝਾ, ਕੋਈ ਕਸਰ ਜਾਪਦੀ ਹੈ ਤੇ ਉਹ ਕਹਿੰਦਾ ਅਸੀਂ ਲੋੜਦਾ ਰਾਗ ਬੁੱਝ ਲਈਆਂ ਤਾਰਾਂ, ਕਾਦਰ ਯਾਰ ਮੀਆਂ ਪੂਰਨ ਉੱਠ ਟੁਰਿਆ, ਆਣ ਕੀਤੀਆਂ ਬਾਪ ਨੂੰ ਨਮਸਕਾਰ। ਹਾਂਜੀ, ਸਾਡੇ ਕੋਲ ਤਕਰੀਬਨ 10 ਮਿੰਟ ਹੈ ਨੇ ਸਹੀਦ ਸਾਹਿਬ, ਠੀਕ ਹੈ। ਤੇ ਅਸੀਂ ਸਾਰੇ ਥੋੜੀ ਥੋੜੀ ਗੱਲ ਸਾਰੇ ਹੀ ਕਰ ਸਕਦੇ ਹਾਂ। ਪਹਿਲੀ CRP ਵੀ ਖਤਮ ਹੋ ਗਈ ਇੱਥੇ ਜਿਹੜੀ ਹੈ। ਨੈਕਸਟ ਅਸੀਂ ਦੂਜੀ CRP ਪੜਾਂਗੇ। ਆਈ ਥਿੰਕ ਜਿਹੜਾ ਕਰਕਸ ਹੈਗਾ ਆਖਰੀ CRPਆਂ ਦਾ, ਉਹਦਾ ਇਹੀ ਹੈਗਾ ਕਿ ਇੱਕ ਤੇ ਕਾਦਰ ਦੱਸਦਾ ਪਿਆ ਵੇ ਕਿ ਬਹੁਤ ਜ਼ਿਆਦਾ ਯੰਗ ਹੋਣ ਦੇ ਬਾਵਜੂਦ ਉਹ ਬੜਾ ਸਮਾਰਟ ਇੰਟੈਲੀਜੈਂਟ ਹੈਗਾ ਪੂਰਨ, ਔਰ ਜੋ ਕੁਛ ਉਹਦੇ ਨਾਲ ਵਾਪਰ ਰਿਹਾ ਉਹਦੇ ਬੈਕਗਰਾਉਂਡ 'ਚ, ਜੋ ਉਹਦੇ ਨਾਲ ਹੋਣ ਜਾ ਰਿਹਾ ਉਹ ਕਨੈਕਟ ਕਰਦਾ ਪਿਆ ਉਹਨਾਂ ਨੂੰ। ਉਹ ਸਰਪ੍ਰਾਈਜ਼ ਨਹੀਂ ਹੋ ਰਿਹਾ, ਸ਼ੌਕ ਨਹੀਂ ਹੋ ਰਿਹਾ, ਔਰ ਉਹ ਕੰਪਲਾਈ ਕਰਦਾ ਪਿਆ ਵੇ ਰਾਜਾ ਜੋ ਵੀ ਜਿਸ ਤਰ੍ਹਾਂ ਵੀ ਉਹਨੂੰ ਬੁਲਾ ਰਿਹਾ। ਕੋਈ ਰਿਐਕਸ਼ਨ, ਕੋਈ ਰੈਜ਼ਿਸਟੈਂਸ ਨਹੀਂ ਸ਼ੋ ਕਰਦਾ ਪਿਆ। ਔਰ ਇਨ ਰਿਸਪੌਂਸ ਟੂ ਦਿਸ ਇਨਜਸਟਿਸ ਉਹ ਕੋਈ ਰਿਐਕਸ਼ਨ ਵੀ ਸ਼ੋ ਨਹੀਂ ਕਰਦਾ ਪਿਆ ਜਾਂ ਕੋਈ ਡਿਸਰਿਸਪੈਕਟ ਸ਼ੋ ਨਹੀਂ ਕਰਦਾ ਪਿਆ। ਸੋ ਜਿਵੇਂ ਕਿ ਅਸੀਂ ਪਿੱਛੇ ਨੂੰ ਕਿਹਾ ਕਿ ਦਰਵੇਸ਼ ਹੈਗਾ ਜਾਂ ਤਬੀਅਤਨ ਬੜਾ ਭਗਤ ਹੈ ਜਾਂ ਜੋਗੀ ਹੈ, ਉਹਦੇ ਸਾਰੀਆਂ ਉਹ ਕੁਆਲਿਟੀਜ਼ ਹੈਗੀਆਂ ਨੇ which exist in a good human being, ਧਰਮ ਦੇ ਪੁਆਇੰਟ ਆਫ ਵਿਊ ਨਾਲ ਜਾਂ ਕਲਚਰ ਦੇ ਪੁਆਇੰਟ ਆਫ ਵਿਊ ਨਾਲ। ਕਿਉਂਕਿ ਮੈਂ ਤੇ ਕਲਚਰ ਤੇ ਧਰਮ ਨੂੰ ਵੱਖਰਾ ਵੱਖਰਾ ਵੇਖਣਾ, ਮੈਂ ਕਦੀ ਇਹਨਾਂ ਨੂੰ ਇਕੱਠਾ ਨਹੀਂ ਵੇਖਦਾ। they have no connection between these two, ਮੇਰੀ ਅਕਲ ਦੇ ਮੁਤਾਬਿਕ। ਤੇ ਬਸ ਇੰਨੀ ਮੈਂ ਗੱਲ ਕਰਨੀ ਸੀ। ਹਾਂਜੀ, ਵਧੀਆ ਜੀ, ਤੁਸੀਂ ਬੜੇ ਖਾਮੋਸ਼ ਹੋ। And I actually, Zubairji, can I ask you a question? ये जो दो बंद हैं, like is alif and ye, so does Qadir Yar do this at the end of each C harfi section? Okay, sorry, ਕੀ ਕਿਹਾ ਤੁਸੀਂ? क्योंकि ये जो लास्ट दो बंद है वो अलिफ से शुरू होना है ते ये तक। हाँ, अलग तो ये तक ਉਹ ਬਸ CRP ਜਿਹੜੀ ਹੈ ਨਾ, ਉਹ ਵੈਸੇ ਤੇ ਅਲਫਾਬੈਟਿਕਲੀ ਹੈ ਸਾਰਾ, ਲੇਕਿਨ ਉਹ ਕਾਦਰ ਯਾਰ ਦੀ ਮਰਜ਼ੀ ਹੈ, ਕੋਈ ਅਲਫ ਨਾਲ ਚਲਾ ਰਿਹਾ ਹੈ ਕਿਉਂਕਿ CRP ਉਹਨੇ ਖਤਮ ਕਰਨੀ ਸੀ ਤੇ ਉਹ ਹੇ ਤੇ ਪਹੁੰਚ ਗਿਆ ਸੀ। ਹੇ ਦੇ ਬਾਅਦ ਅਲਫ ਹੀ ਆ ਰਿਹਾ ਸੀ ਤੇ ਉਹ ਉਹਨੇ ਅਲਫ ਨਾਲ ਕੀਤਾ ਤੇ ਫਿਰ ਉਹਨੇ ਦੁਬਾਰਾ ਕਿਉਂਕਿ CRP ਖਤਮ ਕਰ ਰਿਹਾ ਤੇ ਫਿਰ ਉਹਨੇ ਇਹ ਨਾਲ ਕੀਤੀ ਹੈ। ਅਗਲੀ CRP ਜਿਹੜੀ ਹੈ ਉਹ ਫਿਰ ਅਲਫ ਤੋਂ ਹੀ ਸ਼ੁਰੂ ਕਰ ਰਿਹਾ। ਇਹ ਮੇਰਾ ਉਹਨੇ ਇਹ ਨਾਲ I just found that interesting. ਇਹ ਨਾਲ ਇਸ ਲਈ ਕੀਤਾ ਕਿ ਉਹ CRP ਮੁਕਾਤੀ ਹੈ ਉਹਨੇ। the end or get like next chapter. Yeah. But I just find sorry, can I just ask ye jo the L part lutiyan wala band,
You know how it says that Raja is going to do something avalli, avalari. So in a normal family, would he have sided with his son? Is this anokha that he sided with his wife? Again, question. In your opinion? ਦੇਖੋ ਜਿਹੜਾ ਮੁਗਲ ਅਕਬਰ ਬਾਦਸ਼ਾਹ ਦਾ ਜਿਹੜਾ ਹੋਇਆ ਸੀ ਅਨਾਰਕਲੀ ਦਾ, ਉਹ ਪਤਾ ਨਹੀਂ ਸੱਚਾ ਹੈ ਕਿ ਝੂਠਾ ਹੈ, ਕੀ ਕਹਿੰਦੇ ਨੇ ਫਿਕਸ਼ਨ ਹੈ, ਉਹਦੇ ਵਿੱਚ ਤੇ ਉਹ ਆਪਣੇ ਬੇਟੇ ਦੇ ਨਾਲ ਸਾਈਡ ਹੋਇਆ, ਜਹਾਂਗੀਰ ਦੇ ਨਾਲ, ਔਰ ਉਹਨੂੰ ਜ਼ਿੰਦਾ ਕਹਿੰਦੇ ਨੇ ਜ਼ਿੰਦਾ ਦਫਨਾ ਦਿੱਤਾ ਗਿਆ ਅਨਾਰਕਲੀ ਨੂੰ। ਨਾਰਮਲੀ ਮੇਰਾ ਹੈ ਬੇਟੇ ਨਾਲ ਹੀ ਕਰਦੇ ਨੇ, ਉਹ ਸਾਈਡ ਹੁੰਦੇ ਨੇ, ਉਹਨਾਂ ਨੂੰ ਔਰਤਾਂ ਦੀ ਪਰਵਾਹ ਨਹੀਂ ਹੁੰਦੀ, ਔਰਤਾਂ ਨਾਲ ਤੇ ਉਹਨਾਂ ਦੇ ਮਹਿਲ ਭਰੇ ਹੁੰਦੇ ਨੇ, 10-100 ਬੀਵੀਆਂ ਕੀਤੀਆਂ ਹੁੰਦੀਆਂ ਨੇ, ਤੇ ਉਹ ਬਹਿਰਹਾਲ ਇੱਥੇ ਉਹ ਕਹਾਣੀ ਬਣ ਐਸੇ ਲਈ ਰਹੀ ਹੈ ਕਿ ਉਹ ਲੂਣਾ ਦੇ ਨਾਲ ਸਾਈਡ ਕਰ ਰਿਹਾ, ਤਾਂ ਪੂਰਨ ਭਗਤ ਦਾ ਕਿਸੇ ਦੀ ਬੁਨਿਆਦ ਹੀ ਹੈ। Yeah. No, I just found again. Sorry, it was a question that was in my head. Again. It's just that it's fascinating. Ke Puran already like he's gonna be punished for this, but he's ready. So I'm amazed at his reaction. हाँ, ਉਹਨੂੰ ਪਤਾ ਲੱਗ ਗਿਆ ਮੇਰੀ ਸ਼ਿਕਾਇਤ ਹੋਈ ਹੈ, ਬਾਦਸ਼ਾਹ ਨੇ ਉਹਨੂੰ ਬੁਲਾਇਆ ਹੈ, ਐਂਡ ਮੈਨੂੰ ਕੋਈ ਸਜ਼ਾ ਮਿਲੇਗੀ, ਕੋਈ ਮੇਰੇ ਨਾਲ ਕੁਛ ਨਾ ਕੁਛ ਹੋਣ ਜਾ ਰਿਹਾ ਹੈ। ਲੇਕਿਨ ਨਾਰਮਲ ਹੈ ਉਹ, ਬਹਿਰਹਾਲ ਕੋਈ ਵੱਡਾ ਪੈਨਿਕ ਨਹੀਂ ਕੀਤਾ ਉਹਨੇ, ਨਾਰਮਲ ਹੈ। ਹਾਂ ਜੀ ਅਮਰਜੀਤ ਜੀ ਤੁਸੀਂ ਕਰੋ। ਹਾਂਜੀ, ਬਹੁਤ ਵਧੀਆ। ਇੱਥੇ ਦੋਵੇਂ ਸਟੈਂਜ਼ੇ ਨੇ ਜਿਹੜੇ ਮੈਂ ਗੱਲ ਕਰਨੀ ਸੀ ਕਿ ਜਦੋਂ ਰਾਜੇ ਨੇ ਕਿਹਾ ਨਾਲ ਸਦ ਵਜ਼ੀਰ ਲਿਆਉਣਾ, ਜੇ ਕਿ ਵਜ਼ੀਰ ਨੂੰ ਵੀ ਇੱਕ ਤਾਂ ਪੂਰਨ ਨੂੰ ਲੈ ਕੇ ਆਉਣਾ, ਦੂਸਰੇ ਨਾਲ ਵਜ਼ੀਰ ਨੂੰ ਵੀ ਨਾਲ ਲੈ ਕੇ ਆਉਣਾ, ਮੈਂ ਇਸ ਤਰ੍ਹਾਂ ਸਮਝਿਆ ਕਿ ਰਾਜੇ ਨੇ ਡਿਸੀਜਨ ਜੋ ਲੈਣਾ ਸੀ ਉਹ ਤਾਂ ਡਿਸੀਜਨ ਲੈ ਲਿਆ, ਉਹ ਬੜਾ ਇਮੋਸ਼ਨਲ ਡਿਸੀਜਨ ਜੋ ਲੈਣਾ ਸੀ ਉਹਨੇ ਲੈ ਲਿਆ। ਵਜ਼ੀਰ ਨੇ ਸਿਰਫ ਉਹ ਡਿਸੀਜਨ ਕੈਰੀ ਆਊਟ ਕਰਨਾ। ਰਾਜੇ ਉਸ ਟਾਈਮ ਦੇ ਸੀ ਜਿਹੜੇ ਉਹ ਬਹੁਤੇ ਆਪਣੀ ਮਨਮਰਜ਼ੀ ਦੇ ਨਾਲ ਹੀ, ਆਪਣੇ ਮਨ ਦੀ ਲੋਰ ਦੇ ਨਾਲ ਹੀ ਡਿਸੀਜਨ ਕਰਦੇ ਸੀ। ਉਹਦੇ 'ਚ ਨਾ ਤਾਂ ਦੋਸ਼ੀ ਦੀ ਕੋਈ ਸਫਾਈ ਪੇਸ਼ ਕਰਨ ਦਾ ਟਾਈਮ ਹੁੰਦਾ ਸੀ, ਨਾ ਕੋਈ ਦਲੀਲਾਂ ਪੇਸ਼ ਕਰਨ ਦਾ ਟਾਈਮ ਹੁੰਦਾ ਸੀ। ਜੋ ਰਾਜੇ ਨੇ ਡਿਸੀਜਨ ਲੈ ਲਿਆ ਉਹਨੂੰ ਕੁਐਸਚਨ ਕੋਈ ਨਹੀਂ ਸੀ ਕਰ ਸਕਦਾ। ਸੋ ਰਾਜੇ ਨੇ ਡਿਸੀਜਨ ਤਾਂ ਲੈ ਲਿਆ, ਉਹਨੂੰ ਕੈਰੀ ਆਊਟ ਕਰਨ ਦੇ ਲਈ ਉਹਨੇ ਕਿਹਾ ਕਿ ਹੁਣ ਵਜ਼ੀਰ ਨੂੰ ਵੀ ਨਾਲ ਲੈ ਕੇ ਆਉਣਾ। ਦੂਸਰਾ ਮੈਂ ਅਖੀਰ 'ਚ ਦੇਖ ਰਿਹਾ ਸੀਗਾ ਕਿ ਜਿੱਦਾਂ ਕਿ ਲੂਣਾ ਕੱਲ੍ਹ ਗਾਉਂਦੀ ਸੀ ਜੋ ਨਾਲ ਮਾਊ ਵਾਰਾਂ, ਅਤੇ ਅੱਗੇ ਲਾਈਨ ਹੈਗੀ ਕਿ ਰਾਗ ਵੱਜਿਆ ਅਤੇ ਬੁੱਝ ਗਈਆਂ ਤਾਰਾਂ। ਇੱਕ ਤਾਂ ਇਹ ਕਹਿ ਸਕਦੇ ਹਾਂ ਕਿ ਉਹਨੇ ਬੁੱਝ ਲਿਆ ਕਿ ਕੀ ਹੋਣੇ ਵਾਲੀ ਗੱਲ ਹੈ, ਰਾਗ ਵੱਜਿਆ ਅਤੇ ਉਹਨੇ ਰਾਗ ਦਾ ਜਿਹੜਾ ਅੰਦਰੂਨੀ ਜੋ ਬਾਰੀਕੀ ਹੈ ਉਹ ਸਮਝ ਗਿਆ ਕਿ ਮੇਰੇ ਨਾਲ ਇਹ ਹੋਣੀ ਆ। ਨਾਲ ਇਹ ਵੀ ਕਹਿ ਸਕਦੇ ਹਾਂ ਕਿ ਰਾਗ ਵੱਜਿਆ ਅਤੇ ਬੁੱਝ ਗਈਆਂ ਤਾਰਾਂ। ਬੁੱਝ ਜਾਣਾ ਮਤਲਬ ਖਤਮ ਹੋ ਜਾਣਾ, ਰਾਗ ਵੱਜਿਆ ਮਤਲਬ ਕਿ ਪੂਰਨ ਹਾਲੇ 12 ਸਾਲ ਤੋਂ ਬਾਅਦ ਨਵਾਂ ਜਵਾਨੀ ਦੇ ਵਿੱਚ ਆਇਆ, ਰਾਗ ਹਾਲੇ ਸ਼ੁਰੂ ਹੀ ਹੋਇਆ ਕਿ ਉਹਦੀਆਂ ਤਾਰਾਂ ਰਾਗ ਦੀਆਂ ਬੁੱਝ ਗਈਆਂ, ਖਤਮ ਹੋਣ ਦਾ ਹਨੇਰਾ ਛਾ ਗਿਆ। ਸੋ ਇਹ ਪਤਾ ਨਹੀਂ ਕਿਸ ਤਰ੍ਹਾਂ ਤੁਹਾਡੇ ਲਿਖਿਆ ਹੈ ਕਿ ਰਾਗ ਵੱਜਿਆ ਅਤੇ ਜਾਂ ਤਾਂ ਉਹਨੇ ਬੁੱਝ ਲਿਆ ਅਤੇ ਜਾਂ ਉਹ ਬੁੱਝ ਗਿਆ। ਇਹਦੇ ਬਾਰੇ ਦੇਖੋ ਆਪਣੀ ਟੈਕਸਟ ਦੇ ਵਿੱਚ। ਸਾਡੇ ਤੇ ਹੈਗਾ ਜੀ ਰਾਗ ਵੱਜਿਆ ਤੇ ਲਈਆਂ ਬੁੱਝ ਤਾਰਾਂ, ਯਾਨੀ ਕਿ ਉਹਨੇ ਬੁੱਝ ਲਿਆ ਕਿ ਕਿਹੜੀਆਂ ਤਾਰਾਂ ਵੱਜ ਰਹੀਆਂ ਨੇ। ਲੇਕਿਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਠੀਕ ਹੈ ਕਿ ਅਜੇ ਉਹਦਾ ਸ਼ੁਰੂ ਹੀ ਹੋਇਆ, ਅਜੇ 12 ਸਾਲ ਦਾ ਹੈ, ਉਹਦੀ ਜ਼ਿੰਦਗੀ ਅਜੇ ਹਯਾਤੀ ਸ਼ੁਰੂ ਹੀ ਹੋ ਰਹੀ ਹੈ, ਤੇ ਉਹਦੀ ਜਿਹੜੀ ਹੈ ਜ਼ਿੰਦਗੀ ਬੁੱਝ ਗਈ, ਬੁੱਝ ਜਾਣਾ, ਖਤਮ ਹੋ ਜਾਣਾ। ਬਿਲਕੁਲ ਡਾਕਟਰ ਸਾਹਿਬ ਇਹ ਜਿਹੜੀ ਚੀਜ਼ ਲਿਖੀ ਬਹੁਤ ਇੰਟਰਸਟਿੰਗ ਲੱਗੀ ਉਹ ਇਹ ਕਿ ਹੁਣ ਇਹ ਕਿੱਸਾ ਪਬਲਿਕ ਹੋਣ ਲੱਗਾ ਕਿਉਂਕਿ ਉਸ ਦਰਬਾਰ ਵਿੱਚ ਬੁਲਾਇਆ ਤੇ ਇਹ ਸਲਵਾਨ ਬੁਲਾਇਆ। ਇਸ ਦਾ ਮਤਲਬ ਆ ਕਿ ਪਹਿਲੂ ਨਾ ਲੂਣਾ ਗੱਲ ਕੀਤੀ ਕਿਸੇ ਹੋਰ ਨਾਲ, ਨਾ ਠੀਕ ਆ ਇੱਕ ਰਾਤ ਹੀ ਲੰਗੀ ਵਿੱਚੋਂ, ਨਾ ਪੂਰਨ ਭਗਤ ਬਾਹਰ ਨਿਕਲੀ ਕਿਸੇ ਨਾਲ ਸੁਣਗੁਣ ਕੀਤੀ। ਰਾਜਾ ਜਿਹੜਾ ਹੈ ਨਾ ਇਹ ਹੁਣ ਇਸकी ਪੂਰਾ ਇੱਕ ਤਮਾਸ਼ਾ ਜਿਹਾ ਲਾਸੀ, ਦਰਬਾਰ ਵਿੱਚ ਪੇਸ਼ ਹੋ ਸੀ ਪੂਰਨ,
ਤੇ ਇਹ ਬੜੀ ਮਜ਼ੇਦਾਰ ਗੱਲ ਹੀ ਕਿ ਉਸ ਇੱਕ ਪਬਲਿਕ ਹਿਊਮਿਲੀਏਸ਼ਨ ਨੀ ਜਿਹੜੀ ਹੈ ਨਾ ਕੋਸ਼ਿਸ਼ ਹੀ ਜਾਂ ਪਬਲਿਕ ਹਿਊਮਿਲੀਏਸ਼ਨ ਨੀ ਇੱਕ ਇੰਟੈਂਟ ਲੱਗਣੀ ਪਈ ਮਿਕੀ ਰਾਜੇ ਸਲਵਾਨ ਦੀ ਤਰਫੋਂ। ਹਾਂ ਤੁਸੀਂ ਬੜਾ ਅੱਛਾ ਪੁਆਇੰਟ ਚੁੱਕਿਆ ਕਿ ਪਹਿਲੇ ਉਹ 12 ਸਾਲ, ਵੈਸੇ ਤੇ 12 ਸਾਲ ਜਿਹੜਾ ਉਹਨੂੰ ਭੋਰੇ ਪਾਇਆ ਹੋਇਆ ਸੀ, ਉਹ ਵੀ ਸਾਰੀ ਖਲਕਤ ਨੂੰ ਪਤਾ ਸੀ ਕਿ ਇਹ ਜੋਤਸ਼ੀਆਂ ਨੇ ਇਹ ਦੇਖਿਆ ਔਰ ਉਹਨੂੰ ਭੋਰੇ ਪਾ ਦਿੱਤਾ। ਲੇਕਿਨ ਇਹ 2-3 ਦਿਨ ਚ ਜਿਹੜੀ ਡਿਵੈਲਪਮੈਂਟ ਹੋਈ ਹੈ ਉਹਦਾ ਕਿਸੇ ਨੂੰ ਨਹੀਂ ਪਤਾ ਸੀ। ਹੁਣ ਜਿਸ ਟਾਈਮ ਉਹਨੇ ਬੁਲਾਇਆ, ਜਿਸ ਟਾਈਮ ਉਹਨੂੰ ਸਜ਼ਾ ਦੇਗਾ ਔਰ ਉਹਦੇ ਹੱਥ ਪੈਰ ਵੱਢ ਕੇ ਉਹਨੂੰ ਖੂਹ ਦੇ ਵਿੱਚ ਸੁੱਟ ਦੇਣਗੇ, ਉੱਥੋਂ ਫਿਰ ਸਾਰਾ ਜਿਹੜੀ ਹੈ ਪੂਰੇ ਸ਼ਹਿਰ ਨੂੰ ਪਤਾ ਲੱਗ ਜਾਏਗਾ, ਸਿਆਲਕੋਟ ਸ਼ਹਿਰ ਨੂੰ, ਕਿ ਇਹ ਵਾਕਿਆ ਹੋਇਆ, ਇਸ ਤਰ੍ਹਾਂ ਹੋ ਗਿਆ, ਬਾਦਸ਼ਾਹ ਨੇ ਆਪਣੇ ਪੁੱਤਰ ਨਾਲ ਇਹ ਕੀਤਾ। ਬਿਲਕੁਲ ਸਹੀ ਗੱਲ ਕਰ ਰਹੇ। ਹਾਂਜੀ ਆਪਣੇ ਅਦਿਤਾ ਜੀ ਤੁਸੀਂ ਕਰੋ। ਸਰ ਕਲੀਅਰ ਹੈ ਜੀ, ਮੋਰ ਔਰ ਲੈਸ ਮਤਲਬ ਸਭ ਨੇ ਤੁਸੀਂ ਅੱਛਾ ਐਕਸਪਲੇਨ ਕਰਤਾ ਹੈ। ਬਾਕੀ ਕਿਸ਼ਵਰ ਮੈਮ ਤੇ ਅਮਰਜੀਤ ਨੇ ਵੀ ਤੇ ਸੈयद ਸਾਹਿਬ ਨੇ ਵੀ ਕਰਤਾ, ਸੋ ਇਹ ਤਾਂ ਠੀਕ ਹੈ ਜੀ। ਮਤਲਬ ਮੋਰ ਔਰ ਲੈਸ ਉਹਦੇ ਨਾਲ ਜ਼ਿਆਦਤੀ ਹੋ ਰਹੀ ਹੈ। ਬੇਸਿਕ ਗੱਲ ਹੈ ਰਾਜੇ ਨੂੰ ਇਨਸਾਫ ਕਰਨਾ ਚਾਹੀਦਾ ਹੈ, ਲੇਕਿਨ ਉਹ ਇਨਸਾਫ ਨਹੀਂ ਕਰ ਰਿਹਾ ਤੇ ਆਪਣੀ ਇਮੋਸ਼ਨਸ ਦੇ ਉੱਤੇ ਜਾ ਕੇ ਜੋ ਵੀ ਕਦਮ ਹੈ ਉਹ ਉਠਾ ਰਿਹਾ ਹੈਗਾ, ਸੋ ਜਿਹੜਾ ਕਿ ਰਾਜੇ ਆਮ ਤੌਰ ਤੇ ਕਰਦੇ ਨੇ। ਸੋ ਉਹ ਮਤਲਬ ਉਹ ਹੀ ਇਜ਼ ਨਾਟ ਸਮਬਡੀ ਜਿਹੜਾ ਕਿ ਕੋਈ ਬਹੁਤ ਯੂਨੀਕ ਰਾਜਾ ਹੈ, ਬਹੁਤ ਹੀ ਮਤਲਬ ਇਮੋਸ਼ਨਲ ਔਰ ਐਵਰੇਜ ਅਸੀਂ ਕਹਿ ਸਕਦੇ ਹਾਂ ਕਿ ਰਾਜਾ ਹੈ। ਮਤਲਬ ਉਹਨੇ ਆਪਣੇ ਆਪ ਨੂੰ ਇੱਕ ਵਕ ਕਿਸਮ ਦਾ ਇਨਸਾਨ ਨਹੀਂ ਦਿਖਾਇਆ ਐਜ਼ ਅ ਰਾਜਾ। ਮਤਲਬ ਟੋਟਲੀ ਸਮਿਟਨ ਬਾਈ ਇਮੋਸ਼ਨਸ ਔਰ ਇਹਨਾਂ ਚੀਜ਼ਾਂ ਦੇ ਨਾਲ ਚੱਲ ਰਹੇ ਨੇ ਰਾਜਾ ਸਾਹਿਬ। ਉਹਨੂੰ ਨਾ ਰਾਜੇ ਨੂੰ ਇੱਕ ਤੇ ਅੰਨਾ ਕਿਹਾ ਗਿਆ, ਇਹਨੇ ਹੀ ਕਾਦਰ ਜੀ ਯਾਦ ਨਹੀਂ ਕਿਹਾ, ਦੂਸਰਾ ਉਹਨੂੰ ਕੰਨਾਂ ਦਾ ਕੱਚਾ ਵੀ ਕਿਹਾ ਗਿਆ। ਜੀ ਸਰ, ਜੀ ਸਰ। ਉਹ ਜੋ ਲੂਣਾ ਕਹਿੰਦੀ ਫੌਰਨ ਯਕੀਨ ਕਰ ਲੈਂਦਾ ਉਹਦੇ ਤੇ ਹਾਂਜੀ ਕੰਨਾਂ ਦਾ। ਅਸੀਂ ਉਹਨੂੰ ਕਹਾਂ ਦੂਜਾ ਜਾਂ ਅੰਨਾ ਉਹ ਹੈਗਾ ਜਿਹਨੂੰ ਸੱਚ ਨਜ਼ਰ ਨਹੀਂ ਆ ਰਿਹਾ। ਜੀ ਸਰ, ਹਾਂ ਤੇ ਬਿਲਕੁਲ ਉਹ ਠੀਕ। ਹਾਂ ਇਹ ਜਿਹੜਾ ਕਿੱਸੇ ਲਿਖਣ ਦਾ ਇੱਕ ਮਕਸਦ ਇਹੀ ਵੀ ਹੈ ਕਿ ਬਾਦਸ਼ਾਹ ਨੂੰ ਜਸਟਿਸ ਕਰਨਾ ਚਾਹੀਦਾ ਹੈ, ਬਾਦਸ਼ਾਹ ਨੂੰ ਹਾਂਜੀ ਜਸਟ ਹੋਣਾ ਚਾਹੀਦਾ ਹੈ। ਜੀ ਸਰ। जुबैर साहब हाँ जी, इजाजत लीजिए, मैं निकलना है फॉर एन हाँ अर्जेंट बिल्कुल मीटिंग। ठीक है जी, ठीक है जी, ठीक है। ਤੇ ओके, थैंक यू जी एवरीबॉडी। थैंक यू ਤੇ सर, थैंक यू ਬਹੁਤ सैयद ਬਹੁਤ साहब, ਮਿਹਰਬਾਨੀ। थैंक यू जी। ਪੁਰਾਣੇ ਟਾਈਮ ਉੱਪਰ ਜ਼ੁਬੈਰ ਸਾਹਿਬ ਇਹ ਤਾਂ ਸਹੀ ਸਾਹਿਬ ਨੂੰ ਪੁੱਛੋ।